ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਹਉ ਕਿਆ ਸਲਾਹੀ ਕਿਰਮ ਜੰਤ ਬੜੀ ਤੇਰੀ ਬੜਾਈ। ਤੂੰ ਅਗਮ ਦਿਆਲ ਅਗਮ ਹੈ ਆਪ ਲੈ ਮਲਾਹੀ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਹੀ। ਜੋ ਤੇਰੀ ਸ਼ਰਨਾਗਤੀ ਤਿਨ ਲਿਓ ਛਡਾਹੀ। ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ। ਕਿਆ ਹਮ ਕਥੇ ਕਿਛ ਕਥ ਨਹੀਂ ਜਾਣੈ ਪ੍ਰਭ ਪਾਵੈ ਤਿਵੇਂ ਬਲਾਨ। ਸਾਧ ਸੰਗਤ ਕੀ ਧੂੜ ਹਿਕ ਮੰਗੂ ਜਨ ਨਾਨਕ ਭਇਓ ਸਰਾਨ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਪਹਿਲਾ ਦੱਖਣੀ। ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਠਾਕੋ ਮਨੁਆ ਰਾਖੇ ਠਾਹੇ ਠਹਿਕ ਮੋਈ ਆਵਗਣ ਪਛਤਾਏ। ਠਾਕਰ ਏਕ ਸਵਾਈ ਨਾਰ ਬਹੁਤੇ ਭੇਸ ਕਰੇ ਕੁੜਿਆਰ। ਪਰ ਕਰ ਜਾਤੀ ਠਾਕ ਰਹਾਹੀ ਮੈਲ ਬਲਾਈ ਠਾਕ ਨਾ ਪਾਈ। ਸ਼ਬਦ ਸਵਾਰੀ ਸਾਜ ਪਿਆਰੀ ਸਾਈ ਸੁਹਾਗਣ ਠਾਕਰ ਤਾਰੀ। ਬੜਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਬਾਦਸ਼ਾਹ ਨਿਸ਼ਚਲ ਸ਼ੌਰ ਛੱਤ ਦੇ ਸਦੀਵੀ ਪਾਤਸ਼ਾਹ। ਸ਼ਬਦ ਗੁਰੂ ਸਦੀਵੀ ਗੁਰੂ ਸੱਚਾ ਗੁਰੂ ਹਲਤ ਪਲਤ ਸਵਾਰਨਹਾਰ ਗੁਰੂ ਲੋਕ ਪਰਲੋਕ ਦੇ ਸਹਾਇਕ ਗੁਰੂ। ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚੇ ਪ੍ਰੀਤਮ ਦੀ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰਮਤ ਦੀ ਨਜ਼ਰ ਜੀਵ ਤੇ ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਤੇ ਇਸ ਆਤਮਾ ਦਾ ਆਪ ਦੇ ਨਾਲ ਮਲਾਪ ਬਖਸ਼ੋ। ਸਾਰੀ ਸੰਗਤ ਦਿਓ ਅਸ਼ੀਰਵਾਦ ਤੇ ਬੁਲਾਓ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸਤਿਗੁਰ ਸੱਚੇ ਪਾਤਸ਼ਾਹ ਦਾ ਧੰਨਵਾਦ। ਸੰਗਤ ਬਖਸ਼ੀ ਹੈ ਆਪਦੀ ਗੋਚ ਪਿਆਰ ਦਿੱਤਾ ਹੈ ਸਿਰਫ ਸਲਾਹ ਸੁਣਾਈ ਹੈ। ਪਾਤਸ਼ਾਹ ਇਹ ਸਦੀਵੀ ਗੋਦ ਕਰ ਦਿਓ ਮਿਹਰ ਕਰੋ। ਤੁਹਾਡਾ ਕਰੋੜਾਂ ਵਾਰ ਧੰਨਵਾਦ ਸ਼ੁਕਰਾਨਾ। ਧੰਨਵਾਦ ਕਹਿੰਦੇ ਜੀਵ ਸੁੱਕ ਜਾਏ। ਇੰਨਾ ਧੰਨਵਾਦ ਕਿਉਂ ਸਾਨੂੰ 84 ਲੱਖ ਜੂਨ ਤੋਂ ਕੱਢ ਕੇ ਲਿਆਏ।
ਮਨੁੱਖਾ ਜਨਮ ਦਿੱਤਾ, ਫਿਰ ਇੱਥੇ ਭੁੱਲਿਆਂ ਹੋਇਆਂ ਨੂੰ, ਰੁਲਦੇ ਫਿਰਦਿਆਂ ਨੂੰ, ਮਾਇਆ ਦੇ ਮੋਹ ਵਿੱਚ ਧੱਕੇ ਖਾਂਦਿਆਂ ਨੂੰ ਆਪ ਦੇ ਲੜ ਲਾਇਆ ਹੈ, ਆਪ ਦੀ ਯਾਦ ਬਖਸ਼ੀ ਹੈ, ਤੇ ਆਪ ਦਾ ਮਿਲਾਪ ਦਾ ਰਾਹ ਦੱਸ ਰਹੇ ਹੋ ਤੇ ਮਿਲਾਪ ਕਰਵਾ ਰਹੇ ਹੋ। ਇਹ ਸਾਰੀ ਮਿਹਰ ਤੁਹਾਡੀ ਹੈ। ਸਾਰੀ ਮਿਹਰ ਤੁਹਾਡੀ। ਗੁਰੂ ਪਾਤਸ਼ਾਹ ਜੀ ਨੇ ਜੇ ਸਾਨੂੰ, ਅਸੀਂ ਵਿਛੜੇ ਹੋਏ ਹਾਂ, ਆਤਮਾ, ਜੀਵ ਆਤਮਾ ਪਰਮਾਤਮਾ ਨੂੰ ਵਿਛੜੀ ਹੈ। ਕਿਉਂ ਵਿਛੜੀ ਹੈ ਇਹ ਵਾਹਿਗੁਰੂ ਜਾਣਦਾ ਹੈ, ਪਰੰਤੂ ਉਹਨੇ ਸਾਨੂੰ ਮਨੁੱਖਾ ਜਨਮ ਦੇ ਵਿੱਚ ਇਸ ਕੂੜੇ ਸਰੀਰ 'ਚ, ਬਾਹਰਲੀ ਕੂੜਾ ਸਰੀਰ ਹੈ ਉਹਦੇ ਵਿੱਚ ਸਾਨੂੰ ਭੇਜਿਆ, ਤੇ ਜਿਹੜਾ ਮਨ ਹੈ ਇੱਕ ਦਿੱਤਾ ਹੋਇਆ, ਜਿਹਨੇ ਮਿਲਾਪ ਦਾ ਰਸ ਮੰਨਣਾ ਹੈ ਆਤਮਾ ਨੂੰ, ਉਹਦੇ ਰਾਹੀਂ ਅਸੀਂ ਸਾਰਾ ਸਫ਼ਰ ਤੈਅ ਕਰਦੇ ਹਾਂ ਇੱਥੇ ਆ ਕੇ। ਉਹ ਭੁੱਲ ਗਿਆ, ਉਹ ਭੁੱਲ ਕੇ ਬਾਹਰਲੇ ਸਰੀਰ ਦੇ ਨਾਲ ਹੀ ਆਪਣਾ ਆਪ ਮੰਨਣ ਲੱਗ ਗਿਆ। ਹੁਣ ਉਸ ਨੂੰ ਕਹਿੰਦੇ ਆ ਮਹਾਰਾਜ ਠਾਕੋ ਮਨੂਆ, ਉਹਨੂੰ ਕਾਬੂ ਕਰ, ਰੱਖ ਉਠਾਏ, ਐਨ ਟਿਕਾਣੇ ਤੇ ਲਿਆ, ਉਹਨੂੰ ਕਾਬੂ ਕਰ, ਜਿੱਤ ਉਹਨੂੰ। ਖੇਲ ਬਣਾਇਆ ਨਾ ਵੀ ਜੇ ਤੂੰ ਉਹਨੂੰ ਕਾਬੂ ਕਰ ਲੇਗਾ ਤਾਂ ਤੈਨੂੰ ਸੱਚਖੰਡ ਮਿਲੂਗਾ। ਮਨ ਟਿਕ ਗਿਆ ਤਾਂ ਸਹਿਜ ਅਵਸਥਾ ਆ ਜਾਣੀ। ਪਰ ਠਹਿਕ ਮੋਈ ਅਵਗਣ ਪਛਤਾਏ, ਸਾਡਾ ਹਾਲ ਆ। ਸਾਡਾ ਨਾ ਉਸ ਮਨ ਨੇ ਜਿੱਦਣ ਦਾ ਆਇਆ ਟਿਕਦਾ ਨਹੀਂ ਹੈ। ਸਾਰੀ ਦੁਨੀਆ ਨੂੰ ਦੇਖੋ, ਮਨ ਪਹਿਲਾਂ ਤਾਂ ਮਨ ਦੇਖਣਾ ਹੀ ਨਹੀਂ ਆਉਂਦਾ ਬੰਦੇ ਨੂੰ, ਮਨ ਲੱਭਦਾ ਹੀ ਨਹੀਂ, ਇੰਨਾ ਤੇਜ਼ ਰਫ਼ਤਾਰ ਆ। 10 ਭੱਜਾ ਫਿਰਦਾ ਉਹ ਜਿੱਦਣ ਦੇ ਆਏ। ਕਿਉਂ? ਉਹਨੂੰ ਪ੍ਰੀਤਮ ਚਾਹੀਦਾ ਹੈ, ਉਹਨੂੰ ਉਹਦਾ ਰਸ ਚਾਹੀਦਾ ਹੈ, ਪਰੰਤੂ ਭੱਜਦਾ ਕਿਤੇ ਹੋਰ ਪਾਸੇ ਨੂੰ ਆ ਜਿੱਥੇ ਅੰਮ੍ਰਿਤ ਰਸ ਹੈ, ਜਿੱਥੇ ਪ੍ਰੀਤਮ ਲੱਭਣਾ ਹੀ ਨਹੀਂ, ਮਿਲਣਾ ਆ ਨਾ। ਚਾਹੀਦਾ ਉਹਨੂੰ ਹੋਏ ਆ, ਆਪਦੀ ਕੋਸ਼ਿਸ਼ ਤਾਂ ਕਰਦਾ ਉਹ, ਤੇ ਪਰੰਤੂ ਜਿਹੜੀ ਚੀਜ਼ ਨਾਲ ਉਹ ਟੱਚ ਕਰਦਾ ਹੈ, ਠਹਿਕਦਾ ਹੈ, ਹੁਣ ਆਪਦੇ ਆਪ ਨੂੰ ਬਾਹਰਲੇ ਸਰੀਰ ਨਾਲ ਹੀ ਠਹਿਕੀ ਜਾਂਦਾ, ਮਨ ਛੂਈ ਜਾਂਦਾ, ਇਹਨੂੰ ਹੀ ਆਪਦਾ ਆਪ ਮੰਨਦਾ ਹੈ। ਤੇ ਮਰ ਗਈ ਜੀਵ ਆਤਮਾ, ਮਨ ਵੀ ਉਹ ਮਰੀ ਹੋਈ ਚੀਜ਼ ਨੂੰ ਟੱਚ ਕਰ ਰਿਹਾ ਹੈ। ਸਾਰੀਆਂ ਚੀਜ਼ਾਂ ਜੋ ਦਿਸਦੀਆਂ ਨੇ ਉਹ ਮਰੀਆਂ ਹੋਈਆਂ ਨੇ, ਕੂੜ ਦੀਆਂ ਨੇ, ਸੱਚ ਦੀਆਂ ਨਹੀਂ ਹੈ। ਤੇ ਇਹ ਸੱਚੇ ਦਾ ਪੁੱਤ ਹੈ, ਇਹ ਕੂੜ ਦੇ ਵਿੱਚ ਇਹਨੂੰ ਟਿਕੇ ਕਿਵੇਂ? ਤੇ ਕੂੜ ਦੇ ਜਿਹੜੇ ਰਸ ਨੇ ਉਹ ਵਿਖੇ ਰਸ ਨੇ, ਤੇ ਵਿਖੇ ਰਸ ਮਾਣਦਾ ਹੋਇਆ ਮਰ ਗਿਆ। ਤੇ ਇਹਦੇ ਅੰਦਰ ਸਾਰੇ ਕੂੜ ਕੁੜੇ ਔਗਣ ਨੇ, ਸਗੋਂ ਕੂੜ ਦੇ ਨਾਲ ਠਹਿਕ ਕੇ ਇਹ ਔਗਣਾ ਭਰੀ ਹੋ ਗਈ ਇਸਤਰੀ। ਜੀਵ ਇਸਤਰੀ ਦੀ ਗੱਲ ਕਰ ਰਹੇ, ਜੀਵ ਆਤਮਾ ਦੀ। ਕਿਉਂ ਮਹਾਰਾਜ ਕਹਿੰਦਾ ਠਾਕਰ ਇੱਕ ਸਵਾਈ ਨਾਲ, ਸੋਹਣਿਆਂ ਦੇ ਅੰਦਰ ਜੀਵ ਆਤਮਾ ਹੈ, ਪਤੀ ਇੱਕ ਦਾ, ਸਾਰਿਆਂ ਦਾ। ਪਰੰਤੂ ਬਾਹਰਲਾ ਸਰੀਰ ਔਗਣਾਂ ਦਾ ਭਰਿਆ ਹੈ, ਸਾਰੇ ਔਗਣ ਨੇ। ਉਹ ਇਹਦੇ ਵਿੱਚੋਂ ਹੀ ਰੱਬ ਪ੍ਰੀਤਮ ਤਾਂ ਭੁੱਲ ਗਿਆ, ਉਸ ਮਨ ਨੂੰ ਆਪਦਾ ਪਤੀ ਤਾਂ ਭੁੱਲ ਗਿਆ,
ਤੇ ਹੁਣ ਇਹਦੇ ਵਿੱਚੋਂ ਰਸ ਮਾਣ ਦੀ ਵਿਖੇ ਰਸ ਹੋਈ, ਵਿਖੇ ਰਸ ਵਿਖੇ ਹੁੰਦੀ ਹੈ ਜ਼ਹਿਰ, ਤੇ ਇਹ ਮਰ ਗਈ। ਜੀਵ ਆਤਮਾ ਵੀ ਮਰੀ ਹੋਈ ਆ ਮਨਮੁਖ ਦੀ, ਮਰੀ ਹੋਈ ਆਤਮਾ ਉਹਨੂੰ ਮੁੜ ਕੇ ਜਿਉਂਦਾ ਕਰਨਾ ਤਾਂ ਜਿਉਂਦਾ ਹੀ ਵਾਹਿਗੁਰੂ ਕਰ ਸਕਦਾ ਹੈ, ਹੋਰ ਕੋਈ ਨਹੀਂ ਮਰੀ ਹੋਈ ਆਤਮਾ ਨੂੰ ਜਿਉਂਦਾ ਕਰ ਸਕਦਾ। ਮਨ ਮਰੀਆਂ ਚੀਜ਼ਾਂ ਦੇ ਨਾਲ ਠੇਕ ਹੀ ਜਾਂਦਾ ਹੈ, ਉਹਨਾਂ ਨੂੰ ਕਦੇ ਕਿਸੇ ਚੀਜ਼ ਵੱਲ ਨੂੰ ਭੱਜਦਾ ਹੈ, ਉੱਥੋਂ ਵੀ ਉਹਨੂੰ ਕੱਖ ਨਹੀਂ ਮਿਲਦਾ, ਠਹਿਕ ਕੇ ਮੁੜ ਆਉਂਦਾ ਹੈ, ਸਗੋਂ ਔਗਣ ਲੈ ਆਉਂਦਾ ਹੈ ਤੇ ਪਛਤਾਉਂਦਾ ਹੈ। ਕੋਈ ਸੌਖਾ ਨਹੀਂ ਹੈ ਦੁਨੀਆ 'ਚ ਜਿਹਨੂੰ ਰੱਬ ਨਹੀਂ ਮਿਲਿਆ, ਜਿਹਨੂੰ ਗੁਰੂ ਪਾਤਸ਼ਾਹ ਕਿਰਪਾ, ਜਿਹਨੂੰ ਪਿਆਰ ਨਹੀਂ ਰੱਬ ਤੋਂ ਮਿਲਿਆ। ਉਦੋਂ ਬਗੈਰ ਇਸ ਮਨ ਨੂੰ ਪਿਆਰ, ਦੂਜਾ ਜਿਹੜਾ ਪਿਆਰ ਆ ਉਹ ਸਾਰਾ ਹੀ ਦੁਖਦਾਈ ਹੈ। ਇਹ ਉਹਨੂੰ ਪਾਈ ਬੈਠਾ ਹੈ, ਮੋਹ ਕਹਿੰਦੇ ਆ ਉਹਨੂੰ। ਪਿਆਰ ਨੂੰ ਇੱਕੋ ਹੀ ਗੱਲ ਹੈ, ਮੋਹ ਤੇ ਪਿਆਰ। ਕਰਨਾ ਕੰਤ ਨੂੰ ਪਿਆਰ ਸੀ, ਕਰ ਰਿਹਾ ਹੈ ਉਹਦੀਆਂ ਚੀਜ਼ਾਂ ਨੂੰ ਪਿਆਰ। ਇਸਤਰੀ ਕਰ ਰਹੀ ਮਾਲਕ ਨੂੰ ਪਿਆਰ ਸੀ, ਕਰ ਰਹੀ ਹੈ ਸ਼ਿੰਗਾਰ। ਠਾਕਰ ਇੱਕ ਸਵਾਈ ਨਾਲ। ਅੱਗੇ ਆਪਾਂ ਫੇਰ ਤੋਰਾਂਗੇ, ਫੇਰ ਗੱਲ ਕਰਾਂਗੇ। ਠਹਿਕ ਮੁਈ ਆਵਗਣ ਪਛਤਾਏ। ਇਹ ਹੁਣ ਇੱਕ ਇੱਕ ਲਾਈਨ ਦੇ ਵਿੱਚ ਬਹੁਤ ਕੁਛ ਹੋ ਪਿਆ ਹੋਇਆ, ਬਹੁਤ ਕੁਛ ਹੋ ਪਿਆ ਹੈ। ਸਾਡਾ ਮਨ ਟਿਕਦਾ ਹੀ ਨਹੀਂ, ਕਦੇ ਕਿਸੇ ਚੀਜ਼ ਨਾਲ ਚਾਹੁੰਦਾ ਹੈ, ਕਦੇ ਕਿਸੇ ਚੀਜ਼ ਨੂੰ ਚਾਹੁੰਦਾ ਹੈ, ਇਕੱਠੀਆਂ ਕਰੀ ਜਾਂਦਾ ਹੈ, ਫਿਰ ਉਹਦਾ ਮਾਣ ਕਰਦਾ ਹੈ, ਫਿਰ ਉੱਥੇ ਸਾਰਾ ਪਿਆਰ ਹੀ ਇੱਥੋਂ ਦਾ ਰਹਿ ਗਿਆ। ਬਹੁਤੇ ਬੇਸ ਕਰੇ ਕੁੜਿਆਰ। ਆਹ ਗੱਲ ਫੇਰ ਆਓ, ਹੁਣ ਇੱਕ ਕੜਿਆਰ ਇਸਤਰੀ ਆਓ ਜਿਹੜੀ ਦੂਜੀ ਚੀਜ਼ ਨੂੰ ਪਿਆਰ ਕਰਦੀ ਆ, ਪਤੀ ਨੂੰ ਨਹੀਂ ਪਿਆਰ ਕਰਦੀ, ਕੂੜ ਨੂੰ ਪਿਆਰ ਕਰਦੀ ਆ। ਉਹਨੂੰ ਕੁੜਿਆਰ ਕਿਹਾ। ਸਾਰੀਆਂ ਚੀਜ਼ਾਂ ਕੂੜ ਨੇ ਸੱਚੇ ਪਾਤਸ਼ਾਹ ਤੋਂ ਬਗੈਰ, ਪ੍ਰੀਤਮ ਤੋਂ ਬਗੈਰ। ਜਿਹੜੀਆਂ ਦਿਸਦੀਆਂ ਨੇ ਉਹਨਾਂ ਨੂੰ ਇਹ ਪਿਆਰ ਕਰਦੀ ਤੇ ਕੁੜਿਆਰੀ ਬਣੀ ਪਈ ਹੈ। ਆਪਾਂ ਸ਼ਾਰਟਕਟ ਕਰੇ, ਪਰ ਕਰ ਜਾਤ ਠਾਕ ਰਹਾਈ। ਹੁਣ ਗੁਰੂ ਸਾਹਿਬ ਦੀ ਬਣ ਗਈ। ਇਹ ਆਪਾਂ ਰਾਹ ਦੱਸਦੇ ਹਾਂ, ਇੱਕ ਲਾਈਨ ਵੀ ਹਰ ਮਹਾਰਾਜ ਦਾ ਜਿਹੜਾ ਸ਼ਬਦ ਹੈ ਉਹ ਸਾਨੂੰ ਮਨਮੁਖ ਭੁੱਲੀ ਤੋਂ ਲੈ ਕੇ ਸੁਹਾਗਣ ਬਣਨ ਤੱਕ ਸਾਨੂੰ ਉਪਦੇਸ਼ ਦਿੰਦੇ। ਕਦੇ ਕਿਵੇਂ ਦਿੰਦੇ ਨੇ, ਕਦੇ ਕਿਵੇਂ ਦਿੰਦੇ ਨੇ, ਬੜੇ ਤਰੀਕਿਆਂ ਨਾਲ ਦਿੰਦੇ ਆ ਬਈ ਸੁਹਾਗਣ ਬਣ। ਸੁਹਾਗਣ ਹੀ ਸਹੁਰੇ ਘਰ ਸੱਚਖੰਡ ਵਿੱਚ ਬਹਿਣਾ ਮਿਲਣਾ ਹੈ, ਬਣਨਾ ਜ਼ਰੂਰੀ ਹੈ। ਜੇ ਨਹੀਂ ਬਣੀ ਤਾਂ ਬਹੁਤ ਜਨਮਾਂ ਬਾਅਦ ਬਾਰੀ ਆਊਗੀ। ਨਹੀਂ ਬਣੀ ਚਾਹੋ ਅਸੀਂ ਕੀ ਲੈਣਾ ਜੀ ਬਣ ਕੇ। ਨਾਲੇ ਪਛਤਾਵੇਂਗੀ, ਨਾਲੇ ਜੁੱਤੀਆਂ ਖਾਏਂਗੀ, ਨਾਲੇ 84 ਭੁਗਤੇਗੀ, ਬੜੀ ਦੁਖੀ ਰਹੇਗੀ। ਜੇ ਸਦਾ ਦੇ ਸੁਖੀ ਹੋਣਾ ਚਾਹੁੰਦੀ ਹੈ ਤਾਂ ਸੁਹਾਗਣ ਹੀ ਸੁਖੀ ਹੈ। ਪਤੀ ਨੂੰ ਜਿਹਨੇ ਪ੍ਰਾਪਤ ਕਰ ਲਿਆ ਉਹੀ ਸੁਖੀ ਹੈ। ਮਹਾਰਾਜ ਨੇ ਹੋ ਕਿਹਾ ਵੀ ਆਪਾਂ ਹੁਣੇ ਹਰਿਆ ਰਚ ਨਿਤ ਪੜ੍ਹਦੇ ਹਾਂ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਮੌਕਾ ਹੀ ਇਹ ਲਾਈਨ ਪੜ੍ਹੀ ਥੋੜਾ ਨਿਤ ਨਿਤ ਘੋਟੇ ਲਾਏ, ਮਿਲਿਆ ਰੱਬ ਹੈ ਨਹੀਂ। ਉਹ ਤੇ ਗੁਰੂ ਸਾਹਿਬ ਸਾਨੂੰ ਸਮਝਾਈ ਜਾਂਦੇ ਵੀ ਐ ਮਿਲਣਾ, ਉਹ ਅਸੀਂ ਆਖਾਂ ਨਹੀਂ ਮੰਨਣਾ। ਅਸੀਂ ਆਪਦੀ ਮਰਜ਼ੀ ਨਾਲ ਚੱਲਣਾ ਹੈ, ਸਾਡੀ ਮਰਜ਼ੀ ਆ। ਦੇਖੀ ਜਾਊ ਬਹੁਤ ਦੁਨੀਆ ਤਾਂ ਦੇਖੀ, ਅਗਲੀ ਦੁਨੀਆ ਇਹੋ ਜਿਹੀਆਂ ਗੱਲਾਂ ਮਾਰਦੀ ਆ। ਉਹ ਕੁੜਿਆਰ ਇਸਤਰੀ ਪਰ ਕਰ ਜਾਤੀ ਠਾਕ ਰਹਾਈ। ਹੁਣ ਗੁਰੂ ਸਾਹਿਬ ਨੇ ਸਾਨੂੰ ਉੱਤੋਂ ਕੁਛ ਖੁਸ਼ ਹੋ ਗਿਆ, ਟੁੱਟਿਆ ਜੀ ਤੇ ਖੁਸ਼ ਹੋਇਆ ਨਾ। ਜੀਵ ਇਸਤਰੀ ਚਾਹੇ ਮਰਦ ਆ ਚਾਹੇ ਇਸਤਰੀ ਆ, ਉਹਦੇ ਲਈ ਤਾਂ ਇਸਤਰੀਆਂ, ਉਹ ਜੀਵ ਅੰਦਰਲੀਆਂ ਆਤਮਾ ਨੂੰ ਦੇਖਦਾ ਵੀ ਇਹਨੂੰ ਮੈਂ ਮਿਲਾਉਣਾ ਨਾਲ। ਬਾਹਰਲੇ ਸਰੀਰਾਂ ਦਾ ਮੇਲ ਨਹੀਂ ਹੈ, ਅੰਦਰਲੀਆਂ ਆਤਮਾ ਦਾ ਮੇਲ ਹੈ। ਮਿਲਿਆ ਮਿਲਿਆ ਨਾ ਮਿਲੇ
जे गली बाती कह दी ਜਾਂ ਬਾਹਰਲੇ ਸਰੀਰ ਦਾ ਮਿਲ ਗਏ ਜੀ, नहीं नहीं, मिलिया कई आरे सोई, अंतरात्मे जो मिले मिलिया कई आरे सोई, अंतरात्मे मिले। आत्मा ने परमात्मा ना मिलना है, आत्मा ने परमात्मा, आत्मा ने सुहागण बनना है। असी आत्मा हाँ सारियां, ਉਹਨੇ ਕਿਵੇਂ ਉਹ ਅੰਦਰ ਹੈ। ਪਰ ਕਰ ਹੁਣ ਮਾੜੀ ਜੀ ਇਹ ਗੱਲ ਸਾਨੂੰ ਜੀ ਇਹ ਗੁਰੂ ਸਾਹਿਬ ਨੇ ਰਹਿਤ ਸਮਝਾ ਦਿੱਤੀ। ਕਿਉਂ ਸਮਝਾਈ? ਮਨ ਜਿਹੜਾ ਠਹਿਕਦਾ ਸੀ ਨਾ ਥਾਂ ਥਾਂ, ਭੁੱਖਾ ਹੋਇਆ ਮਹਾਰਾਜ ਦੇ ਪ੍ਰੀਤਮ ਦੇ ਰਸ ਤੋਂ ਮਲਾਪ ਤੋਂ ਟੁੱਟਿਆ ਹੋਇਆ, ਉਹ ਬਾਹਰਲੇ ਸਰੀਰ ਤੋਂ ਸਾਰੇ ਰਸ ਮਾਣ ਰਿਹਾ ਸੀ, ਉਥੋਂ ਠਾਕਤਾ, ਰੋਕਤਾ। ਸਾਨੂੰ ਬੜਾ ਦੁੱਖ ਲੱਗਦਾ ਹੈ। ਕਿਉਂ? ਪਰਾਇਆ ਧਨ, ਪਰਾਇਆ ਤਨ, ਪਰਾਈ ਨਿੰਦਾ, ਪਰਾਈ ਈਰਖਾ, ਪਰਾਇਆ ਅਪਵਾਦ, ਸਾਰੇ ਤੋਂ ਰੋਕਤਾ। ਪਰ ਕਰ ਜਾਤੀ ਇਸਤਰੀ, ਤੂੰ ਪਰਾਏ ਧਨ ਨੂੰ ਹੱਥ ਨਹੀਂ ਲਾਉਣਾ। ਇਸਤਰੀ, ਤੂੰ ਪਰਾਏ ਤਨ ਨੂੰ ਹੱਥ ਨਹੀਂ ਲਾਉਣਾ। ਇਸਤਰੀ, ਪਰਾਈ ਨਿੰਦਾ ਨਹੀਂ ਕਰਨੀ। ਕਿਉਂ? ਇਹ ਨਿੰਦਾ ਦੀ ਗੱਲ ਕੀ ਹੈ? ਹਰ ਚੀਜ਼ ਨਾਲ ਠਹਿਕ ਰਿਹਾ ਮਨ, ਠਹਿਕ। ਜਦੋਂ ਯਾਦ ਕਰਦਾ ਨਾ ਧਨ ਨੂੰ, ਪਰਾਏ ਨੂੰ, ਵੀ ਉਹ ਮੇਰੇ ਕੋਲ ਚੀਜ਼ ਆ ਜੇ, ਦੇਖੋ ਉੱਥੇ ਜਾ ਵੜਦਾ, ਉੱਥੇ ਜਾ ਵੜਦਾ ਪਰਾਏ ਧਨ ਤੇ, ਉੱਥੇ ਹੀ ਚਿੱਤ ਬਣ ਲੱਗ ਜਾਂਦਾ। ਕਿਵੇਂ ਮੈਂ ਚੋਰੀ ਕਰਾਂ, ਕਿਵੇਂ ਲਿਆਵਾਂ, ਦੇਖੋ ਪਰਾਇਆ ਧਨ ਇਕੱਠਾ ਕਰਾਂ, ਮੈਂ ਠੱਗੀ ਕਰਾਂ, ਟੋਰੀਆਂ ਵੀ ਔਗਣ ਪੈਦਾ ਕਰ ਗਈ, ਖੜੇ ਹੋ ਗਏ, ਸ਼ੁਰੂ ਗੱਦੀ ਹੋ ਗਈ। ਇਹਨੂੰ ਪਤਾ ਹੀ ਨਹੀਂ, ਕੂੜ ਦੀਆਂ ਚੀਜ਼ਾਂ ਨੂੰ, ਕੂੜ ਦੀਆਂ ਚੀਜ਼ਾਂ ਤੇ ਡਿੱਗ ਪਈ। ਪਰਾਏ ਧਨ ਤੇ, ਪਰਾਏ ਤਨ ਤੇ ਉਹਦੇ ਨਾਲ ਵੀ ਠੇਕੂਗਾ। ਜਿਹੜੀ ਬੀਬੀ ਨੂੰ ਜਾਂ ਭਾਈ ਬੀਬੀ ਬੰਦੇ ਨੂੰ ਯਾਦ ਕਰੂਗੀ, ਉਹ ਉੱਥੇ ਹੀ ਹਾਜ਼ਰ ਹੋ, ਉਹ ਉੱਥੇ ਹੀ ਤੇਰੇ ਕੋਲੇ ਮਨ ਕੋਲੇ ਹਾਜ਼ਰ ਹੋ। ਤੂੰ ਹੁਣ ਉਹਦੇ ਨਾਲ ਠਹਿਕ ਪਈ, ਅੰਦਰੋਂ ਮਨ ਉਹਦੇ ਨਾਲ ਠਹਿਕ ਪਿਆ, ਬੇਸ਼ੱਕ ਬਾਹਰੋਂ ਨਹੀਂ ਦੀਂਦਾ। ਇੱਥੋਂ ਤੱਕ ਤਾਂ ਗਿਆ ਹੈ। ਕਿਉਂ? ਮਨ ਕੰਟਰੋਲ 'ਚ ਨਹੀਂ, 9 ਇੰਦਰੀਆਂ ਰਾਹੀਂ ਜਿਹੜੇ ਅਵਾਰਾ ਹੋਏ ਨੇ ਉਦੋਂ ਉਹਨਾਂ ਰਾਹੀਂ ਠਹਿਕਦਾ ਉਹ। ਤਾਂ ਕਿਹਾ ਸੀ 9 ਦਰ ਕਹਾਵਤ ਠਾਕ ਰਹਾ ਏ, ਰੋਕ ਇੱਥੋਂ ਦੀ ਭੱਜਦਾ ਏ। ਅੱਖਾਂ ਦੇਖ ਕੇ ਨਾ ਪਰਾਇਆ ਧਨ ਤੇ ਪਰਾਇਆ ਤਨ, ਉਦੋਂ ਹੀ ਚਿੱਤ ਬਣ ਲੱਗ ਜਾਂਦਾ ਹੈ। ਠਹਿਕ ਗਿਆ ਤੇ ਪ੍ਰੀਤਮ ਨਾਲ ਤਾਂ ਟੁੱਟਿਆ ਆ। ਤੂੰ ਕਿਹਦੇ ਨਾਲ ਠਹਿਕੀ ਜਾਂਦਾ? ਇੱਥੋਂ ਕੀ ਮਿਲੂ ਤੈਨੂੰ? ਪਰਾਈ ਨਿੰਦਿਆ ਕਰਕੇ ਪੂਰਾ ਖੁਸ਼ ਹੈ। ਪਰਾਈ ਨਿੰਦਿਆ ਜਦੋਂ ਕਿਸੇ ਦੀ ਕਰਦੇ ਹਾਂ, ਇਹ ਆਪਾਂ ਸਮਝਾਉਣੀ ਜ਼ਰੂਰੀ ਗੱਲਾਂ ਨੇ, ਅਸੀਂ ਉਹਦੇ ਨਾਲ ਅੰਦਰ ਵੜ ਜਾਂਦੇ ਹਾਂ। ਉਹਦੀ ਜਿਹੜੀ ਆਤਮਾ ਗੰਦੀ ਹੋਈ ਹੁੰਦੀ ਹੈ, ਜਿੰਨੇ ਔਗਣ ਹੁੰਦੇ ਨੇ, ਉਹ ਸਾਰਿਆਂ ਨਾਲ ਅਸੀਂ ਟੱਚ ਕਰਦੇ ਹਾਂ। ਤੇ ਉਹ ਸਾਰੇ ਔਗਣ ਜਿਹਦੇ ਨਾਲ ਟੱਚ ਕਰਦੀ ਆ, ਇਹੋ ਜਿਹੀ ਅੰਦਰੋਂ ਸੂਖਸ਼ਮ ਆ, ਉਹ ਇਹਦੇ ਤੇ ਆ ਜਾਂਦੀਆਂ। ਗੰਦ ਇਹਦੇ ਤੇ ਆ ਜਾਂਦਾ। ਆਪਦੇ ਔਗਣ ਹੀ ਨਹੀਂ ਪਹਿਲਾਂ ਮਹਿਸੂਸ ਆਉਂਦੇ ਤੇ ਪਰਾਏ ਵੀ ਚੱਕ ਲਏ। ਸਾਨੂੰ ਸਵਾਦ ਆਉਂਦਾ ਹੈ ਠਹਿਕ ਕੇ, ਫਲਾਨਾ ਇਹੋ ਜਿਹਾ, ਟੀਕੜਾ ਇਹੋ ਜਿਹਾ, ਉਹ ਇਹੀ ਜੀ ਆ, ਉਹ ਇਹੋ ਜਿਹਾ। ਫੋਨਾਂ ਤੇ ਹੀ ਗੰਦ ਚੱਕੀ ਜਾਂਦੇ ਆ, ਪਾਰ, ਐਡਾ ਪਾਰ। ਤਾਂ ਇਹ ਮਨਾ ਕੀਤੀਆਂ ਹੋਈਆਂ। ਇਹ 3 ਤਾਂ ਬਹੁਤ ਵੱਡੀਆਂ ਨੇ। ਇੱਥੋਂ ਤੱਕ ਭਾਈ ਸਾਹਿਬ ਨੇ ਕਿਹਾ, ਹੁਣ ਦਸ ਘੋਲ ਕਮਾਈ ਪਰ ਦਰਬੇ ਨੂੰ ਹੱਥ ਨਾ ਲਾਵੇ। ਮੈਂ ਘੋਲ ਉੱਤੋਂ ਦੀ ਬਾਰ ਦਿਆਂ ਗੁਰਸਿੱਖ ਦੇ ਉੱਤੋਂ ਦੀ, ਜਿਹੜਾ ਪਰਾਈ ਚੀਜ਼ ਨੂੰ ਹੱਥ ਨਹੀਂ ਲਾਉਂਦਾ। ਹਾਂ ਦਸ ਘੋਲ ਕਮਾਈ ਪਰ ਨਾਰੀ ਦੇ ਨੇੜ ਨਾ ਜਾਵੇ। ਹੁਣ ਨੇੜ ਊਂ ਵੀ ਸਰੀਰ ਕਰਕੇ ਨਹੀਂ, ਅੰਦਰੋਂ ਮੰਨ ਗਿਆ, ਨੇੜ ਹੋ ਗਿਆ। ਮਨ ਦਾ ਹੀ ਤਾਂ ਰੌਲਾ ਸਾਰਾ।
ਇਹ ਯਾਦ ਰੱਖਣੀ ਆ। ਮੈਂ ਤਾਂ ਜੀ ਇਸਤਰੀ ਦੇ ਨੇੜੇ ਨਹੀਂ ਜਾਂਦਾ, ਹੱਥ ਨਹੀਂ ਲਾਉਂਦਾ, ਪਰੰਤੂ ਤੂੰ ਅੰਦਰ ਦਾ ਖੇਲ ਹੈ, ਅੰਦਰੋਂ ਭੋਗ ਹੈ, ਅੰਦਰ ਦਾ ਖੇਲ ਹੈ। ਇਹ ਆਤਮਾ ਦਾ ਖੇਲ ਹੈ, ਸਰੀਰ ਦਾ ਖੇਲ ਨਹੀਂ ਹੈ। ਜਿਹਨੂੰ ਵੀ ਚਿਤਵੇਂਗਾ, ਮੈਂ ਅੱਜ ਹੈਰਾਨ ਹੋ ਗਿਆ, ਸੱਚੇ ਪਾਤਸ਼ਾਹ ਅਸੀਂ ਬਖਸ਼ੇ ਜਾਵਾਂਗੇ। ਅਸੀਂ ਤਾਂ ਥਾਂ ਥਾਂ ਕਿ ਸਰੀਰ ਦਿਸਦੇ ਆ ਸਾਨੂੰ, ਥਾਂ ਥਾਂ ਅਸੀਂ ਖਿਆਲ ਲਿਆ ਕੇ ਕਿਤੇ ਦੀ ਕਿਤੇ, ਕਦੇ ਕਿਸੇ ਨੂੰ ਲਿਆ, ਕਦੇ ਕਿਸੇ ਨੂੰ ਲਿਆ, ਅੰਦਰ ਲਿਆ। ਅਸੀਂ ਤਾਂ ਸਾਰਾ ਦਿਨ ਚਿੱਤ ਕਰੀ ਲੋਕਾਂ ਦੀ ਮੈਂ ਧੋਈ ਜਾਂਦੇ ਹਾਂ, ਤੇ ਕਰਨਾ ਮਨ ਸਾਫ ਹੈ। ਇੱਥੇ 1 ਘੰਟੇ 'ਚ ਕਿੱਥੋਂ ਹੋ ਜੂ? ਆਪ ਨੂੰ ਚੰਗਾ ਸਮਝਦੀ ਆ ਕੁੜਿਆਰ ਇਸਤਰੀ, ਵੀ ਮੇਰੇ ਵਰਗੀ ਕਿਹੜੀ ਆ, ਤੇ ਦੂਜੇ ਨਾਲ ਈਰਖਾ ਕਰਦੀ ਆ। ਮੁਕਾਬਲਾ ਹੁੰਦਾ ਨਹੀਂ, ਈਰਖਾ ਕਰਦੀ ਆ, ਨੁਕਸਾਨ ਪਹੁੰਚਾਉਂਦੀ ਆ। ਪਰਾਈ ਸਾਰੀ ਚੀਜ਼ ਪਰ ਕਰ ਜਾਤੀ ਠਾਕ ਰਹਾਈ। ਇਹ ਲਾਈਨ ਫਿਰ ਬੜੀ ਉਹ ਸਾਰੀਆਂ ਕਰੈਤਾਂ ਤੋਂ ਮਹਾਰਾਜ ਨੇ ਰੋਕ ਲਿਆ। ਆ ਬੜਾ ਗੰਦਾ ਔਖਾ। ਇੱਕ ਭਾਈ ਸਾਹਿਬ ਨੇ ਬਾਹਰ ਲਿਖੀ ਹੋਈ ਆ ਬਈ ਜਿਹੜੀ ਮਾਂ ਹੁੰਦੀ ਆ ਨਾ, ਕਦੇ ਆਪਦੇ ਪੁੱਤ ਨੂੰ ਸੱਪ ਨੂੰ ਤੇ ਹੱਥ ਨਹੀਂ ਪਾਉਣ ਦਿੰਦੀ ਤੇ ਅੱਗ 'ਚ ਨਹੀਂ ਵੜਨ ਦਿੰਦੀ। ਮੈਂ ਬਾਹਰ ਲਿਖਿਆ, ਮੈਂ ਤਾਂ ਸ਼ਾਰਟਕਟ ਹੀ ਦੱਸਦਾ ਨਾ। ਕਹਿੰਦੇ ਨਾ ਇਹ ਪਰਾਏ ਧਨ ਤੇ ਪਰਾਏ ਤਨ ਵੱਲ ਨੂੰ ਜਾਂ ਪਰਾਈ ਨਿੰਦਾ ਵੱਲ ਨੂੰ ਬੜਾ ਭੱਜਦਾ ਮਨ, ਤੇ ਗੁਰੂ ਸਾਹਿਬ ਰੋਕ ਕੇ ਰੱਖਦੇ। ਬੜਾ ਦੁਖੀ ਹੁੰਦਾ ਵੀ ਮਾਰੇ ਨੇ ਇਹ ਕਿਉਂ ਯਾਰ ਰੋਕ ਲਾਈ। ਪਰ ਮਾਂ ਥੱਪੜ ਮਾਰਦੀ ਆ, ਸੱਪ ਨੂੰ ਹੱਥ ਪਾਏ ਤੇ ਉਹਨੂੰ ਪਤਾ ਹੈ ਵੀ ਇਹਦਾ ਡੰਗਿਆ, ਇਹਨੇ ਮਾਰ ਜਾਣਾ, ਇਹਨੂੰ ਮਾਰ ਦੇਣਾ ਬੱਚੇ ਨੂੰ। ਤਾਂ ਇਸਤਰੀ ਤਾਂ ਬਚਾਅ ਕਰਦੀ ਆ। ਪਤੀ ਸਾਡਾ ਬਚਾ, ਜਦੋਂ ਪਤੀ ਦੀ ਬਣ ਗਈ ਤਾਂ ਉਹ ਪੇਕੇ ਘਰ ਵਿੱਚ ਬਚਾਅ ਕਰਦਾ ਹੈ ਵੀ ਇਹਨੇ ਮੈਂ ਇਹਨੂੰ ਮਹਿਲ ਬਣਾਉਣਾ, ਇਹਨੂੰ ਮੈਂ ਆਪਦੇ ਘਰੇ ਬੁਲਾਉਣਾ। ਇਹ ਤਾਂ ਔਗਣਾ ਭਰੀ ਆ, ਤਾਂ ਪਰਾਏ ਘਰਾਂ 'ਚ ਜਾਂਦੀ ਆ। ਮੇਰੀ ਤਾਂ ਇਸਤਰੀ ਨਹੀਂ, ਮੈਨੂੰ ਤਾਂ ਪਿਆਰ ਹੀ ਨਹੀਂ ਕਰਦੀ। ਇਹ ਤਾਂ ਸਾਰੀ ਪਰਾਈ ਦੂਜੀ ਚੀਜ਼ ਨੂੰ ਪਿਆਰ ਕਰਦੀ ਆ। ਉਹਨੂੰ ਸਭ ਪਤਾ ਹੈ ਇਹ ਪਤੀ ਅੰਤਰਯਾਮੀ ਆ। ਦੁਨਿਆਵੀ ਪਤੀ ਨੂੰ ਤਾਂ ਨਹੀਂ ਪਤਾ ਹੁੰਦਾ ਵੀ ਪਤਨੀ ਬਾਹਰ ਕੀ ਕਰਦੀ ਫਿਰਦੀ ਆ, ਅੰਨਾ ਹੁੰਦਾ ਉਹਨੂੰ ਤਾਂ। ਪਰ ਇਹ ਤਾਂ ਪਤੀ ਜਾਣਦਾ, ਕੋਲੇ ਬੈਠਾ ਹੈ, ਸਾਰੀਆਂ ਨੋਟ ਕਰ ਰਿਹਾ ਵੀ ਇਹ ਕਿਹੋ ਜਿਹੀ ਹੈ। ਇਹਨੂੰ ਪਤਾ ਹੈ ਵੀ ਆਹ ਕੁੜਿਆਰ ਆ, ਇੰਨੀ ਕੁੜਿਆਰ ਆ, ਇੱਧਰ ਨੂੰ ਇਹਦੀ ਇੱਛਾ ਬਹੁਤੀ ਹੈ, ਇੱਥੋਂ ਮੈਂ ਰੋਕਾਂ, ਇਹਨੂੰ ਰੋਕਾਂ। ਰੋਕਦਾ ਉਹ ਨਜ਼ਰ ਮੰਨ ਕੇ ਕਿੱਥੋਂ ਟਿਕ ਜੂ। ਜਦ ਇਹਨੀਆਂ ਚੀਜ਼ਾਂ ਵਾਲੀ ਚੀਜ਼ ਇਹਨਾਂ ਨੂੰ ਮੋਹ ਕਰਦਾ ਫਿਰਦਾ, ਪਿਆਰ ਤਾਂ ਕਰਦਾ ਹੀ ਨਹੀਂ। ਆਓ ਹੁਣ ਆਪਾਂ ਫੇਰ ਇੱਧਰ ਆਈਏ ਸ਼ਬਦ ਰਾਹੀਂ। ਇਆਨੜੀਏ ਮਾਡੜਾ। ਆਓ ਇੱਕ ਸ਼ਬਦ ਲਈਏ, ਪਾਤਸ਼ਾਹ ਸਮਝਾਉਣ ਲੱਗੇ ਆ ਕਿਵੇਂ ਰੱਬ ਪ੍ਰਵੀਤਮ ਮਿਲੂਗਾ। ਇਹ ਤਾਂ ਹੁਣ ਆਪਾਂ ਨੂੰ ਆਪ ਹਿਸਾਬ ਲਾਈ ਜਾਇਆ ਕਰੋ, ਅੰਦਰੋਂ ਆਪ ਦੀ ਵਿਚਾਰ ਅੰਦਰ ਆਪ ਕਰਿਆ ਕਰੋ ਬਈ ਪਰਾਈ ਚੀਜ਼ ਵੱਲ ਨੂੰ ਕਿੱਧਰ ਨੂੰ ਗਿਆ ਮਨ। ਇਹ ਤਾਂ ਨਹੀਂ ਵੀ ਇੱਥੇ ਸੁਣ ਲਿਆ ਤੇ ਬਸ ਠੀਕ ਆ। ਸਾਰਾ ਦਿਨ ਧਿਆਨ ਰੱਖੋ ਮਨ ਦਾ। ਇਹ ਕਦੇ ਕਿਸੇ ਚੀਜ਼ ਨਾਲ ਠਹਿਕਦਾ, ਕਦੇ ਕਿਸੇ ਚੀਜ਼ ਨਾਲ ਠਹਿਕਦਾ। ਉਹ ਚੀਜ਼ ਚਾਹੀਦੀ ਆ ਮੈਨੂੰ, ਉਹ ਚੀਜ਼ ਚਾਹੀਦੀ ਆ, ਭੱਜੋ ਹੀ ਫਿਰਦਾ। ਸਾਰੇ ਸ਼ਿੰਗਾਰ ਬਾਹਰਲੇ ਭਾਲਦਾ ਹੈ। ਇਆਨੜੀਏ ਮਾਡੜਾ। ਹੁਣ ਅਸੀਂ ਤਾਂ ਅਣਜਾਣ ਹੀ ਆ, ਜਿੱਦਣ ਦੇ ਆਏ ਆ, ਅਗਿਆਨੀ ਆ, ਨਿਆਣੇ ਹਾਂ, ਤੇ ਮਾਣ ਦੀ ਭਰਿਆ ਹੋਇਆ। ਕੱਲ ਵਾਲੀ ਬੜੀ ਵਿਚਾਰ ਸੀਗੀ ਸਾਰੀ। ਮਾਣ ਵੀ ਜਿਹੜਾ ਝੂਠੇ ਮਾਣ ਕਹਾਂ ਕਰੇ, ਜਗ ਸੁਪਨੇ ਜੋ ਜਾਣ। ਹੁਣ ਗੁਰੂ ਸਾਹਿਬ ਆ ਸਮਝਾਉਂਦੇ, ਇਨਮੇ ਕਛ ਸਾਚੋ ਨਹੀਂ ਨਾਨ, ਇਨਮੇ ਕਛ ਤੇਰੋ ਨਹੀਂ ਨਾਨਕ ਕਿਉ ਬਖਾਨ। ਤੇਰਾ ਕੱਖ ਨਹੀਂ ਇੱਥੇ। ਝੂਠਾ ਮਾਣ ਇੱਕਦਮ ਲੈ ਜਾਂਦਾ। ਪਰ ਮਹਾਰਾਜ ਕਿਹਾ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਣ। ਮਨ ਦਾ ਮਾਣ ਮਿਟਦਾ ਨਹੀਂ ਹੈ ਛੇਤੀ, ਬਹੁਤ ਯਤਨ ਕੀਤੇ ਆ। ਇਹ ਵੀ ਕਹਿਤਾ ਦੁਰਮਤ ਸੋ ਨਾਨਕ ਫਤਿਓ ਨਾਨਕ, ਰਾਖ ਲਿਓ ਭਗਵਾਨ। ਗੁਰੂ ਸਾਹਿਬ ਅੱਗੇ ਮਿਹਨਤ ਕਰਨਾ ਕਰਨੀ ਪੈਣੀ ਹੈ।
ਇਹ ਸਾਰੀ ਗੰਦੀ ਮੱਤ ਹੈ। ਇਹ ਆਨੜੀ ਇਹ ਮਾਂਡੜਾ ਹੁਣ ਇਹਦੀ ਤਾਂ ਆਪਾਂ ਥੋੜੀ ਜਿਹੀ ਕਰ ਚੁੱਕੇ ਹਾਂ। ਮਾਣ ਬੜੇ ਤਰੀਕਿਆਂ ਦਾ, ਮਾਣ ਆਪਣੇ ਅੰਦਰ ਕੋਈ ਵੀ ਘੱਟ ਨਹੀਂ ਖਵਾਉਂਦਾ ਆਪਦੇ ਆਪ। ਜੇ ਇੱਥੇ ਵਿਆਹ ਵੀ ਹੋ ਜਾਂਦੇ ਰੌਲੇ ਮਾਣ ਦੇ ਹੀ ਨੇ, ਰੌਲੇ ਜਿੰਨੇ ਪੈਂਦੇ ਡਾਈਵੋਰਸ ਮਾਣ ਦੇ ਹੀ ਰੌਲੇ ਨੇ ਸਾਰੇ। ਮੈਂ ਆਪਦੀ ਅੱਖੀਂ ਉਦਾਹਰਨਾਂ ਦੇਖੀਆਂ। ਇੱਕ ਬੀਬੀ ਨੂੰ ਜ਼ਮੀਨ ਆਉਂਦੀ ਸੀ ਬਹੁਤ, ਅੱਜ ਤੱਕ ਨਹੀਂ ਬਸੀ ਉਹ। ਮੈਨੂੰ ਜ਼ਮੀਨ ਆਉਂਦੀ ਆ, ਮੈਂ ਐਡੇ ਬਾਪ ਦੀ ਬੇਟੀ ਆ, ਤੁਹਾਡੇ ਕੋਲ ਕੀ ਆ ਮਲੰਗੋ, ਅੱਜ ਤੱਕ ਨਹੀਂ ਬਸੀ। ਮਾਣ ਕਾਇ ਕਰੇ ਆਪ ਨੇੜੇ ਘਰ। ਆ ਦੇਖੋ ਕਿੰਨਾ ਨੇੜੇ ਆ ਤੇਰੇ ਘਰ ਚ, ਐਸੇ ਸਰੀਰ ਚ ਹਰ ਪਤੀ ਵਸਦਾ। ਰੰਗੋ ਕੀ ਨਾ ਮਾਣੇ, ਉਹਦਾ ਪਿਆਰ ਮਾਣਿਆ ਕਦੇ? ਕੋਲੇ ਪਤੀ ਵਸਦਾ। ਆ ਜਦ ਸ਼ਬਦ ਵੀ ਬੱਚੀ ਨੇ ਪੜ੍ਹਿਆ, ਇਹ ਕਿਤੇ ਉਹੀ ਤਾਂ ਗੱਲ ਆ ਵੀ ਇੱਕ ਸੇਜ ਤੇ ਪਏ ਆ ਤੇ ਪਤੀ ਪਾਸਾ ਕਰਕੇ ਪੈ ਗਿਆ। ਕਰਬਟ ਹੁੰਦਾ ਪਾਸਾ ਬਦਲਣਾ, ਕਰਬਤ ਦਾ ਆਧਾਰ ਆ। ਇੰਨਾ ਇਸਤਰੀ ਨੂੰ ਅੰਦਰੋਂ ਦੁੱਖ ਲੱਗਾ ਵੀ ਤੂੰ ਪਾਸਾ ਕਿਉਂ ਬਦਲ ਲਿਆ, ਤੂੰ ਆਰਾ ਚਲਾ ਮੈਨੂੰ ਬੜਾ ਆਰਾ ਚੱਲਣਾ ਚੰਗਾ ਸੀ। ਇੰਨੀ ਸਾਨੂੰ ਉਡੀਕ ਹੈਗੀ ਪਤੀ ਦੀ। ਕਿਉਂ ਮੈਨੂੰ ਮਾਰਦਾ ਹੈ ਉਹ ਪਾਸੇ ਲੈ ਕੇ? ਹਾਂ ਜੇ ਤੂੰ ਕਹੇ ਮੈਂ ਸਰੀਰ ਬਾਹਰ ਦੂੰ ਸ਼ਾਰਟਕਟ, ਜੇ ਤੂੰ ਕਹੇ ਆਰੇ ਨਾ ਵੱਢ ਦੇ ਤਾਂ ਮੈਂ ਪਰੇ ਹਿੱਲੂਗੀ ਨਹੀਂ, ਪਰ ਤੂੰ ਮੈਨੂੰ ਮਿਲਤਾ ਸਹੀ। ਪਰ ਮੈਨੂੰ ਪਤਾ ਲੱਗ ਗਿਆ ਸਾਰੇ ਲੋਕੋ, ਆ ਜਿਹੜਾ ਜਹਾਨ ਆ ਕੂੜ ਦਾ, ਇਹਦਾ ਮੈਂ ਹੁਣ ਵਿਸ਼ਵਾਸ ਨਹੀਂ ਕਰਦੀ। ਇਹਨੇ ਮੈਨੂੰ ਵਿਛੋੜਿਆ ਰੱਬ ਨੂੰ। ਅੰਤ ਨੂੰ ਇਹ ਕਿਹਾ ਅਬ ਤੁਮਰੀ ਪ੍ਰਤੀਤ ਨਾ ਹੋਈ। ਹੁਣ ਮੈਂ ਇਹਦਾ ਸਾਰੀ ਦਾ ਖੜਾ ਛੱਡ ਦਿੱਤਾ। ਇਹਨੇ ਮੈਨੂੰ ਰੱਬ ਪਤੀ ਨੂੰ ਵਿਛੋੜਿਆ ਹੋਇਆ ਸੀ, ਨਹੀਂ ਤਾਂ ਮੇਰੇ ਤੇ ਤੇਰਾ ਵਿੱਥ ਹੀ ਕੋਈ ਨਹੀਂ ਸੀ। ਵਿੱਚ ਜਹਾਨ ਬੜਿਆ, ਉਹਦਾ ਪਿਆਰ ਮੋਹ ਬੜਿਆ। ਤੂੰ ਮੇਰਾ ਕੰਧ ਸੀ, ਮੈਂ ਤੇਰੀ ਨਾਰ ਸੀ। ਮੈਂ ਸਾਡੇ ਫਰਕ ਕੀ ਸੀ? ਤੇ ਤੋਂ ਹੀ ਬਣੀ ਸੀ ਮੈਂ। ਪਰ ਮੈਨੂੰ ਪਤਾ ਲੱਗ ਗਿਆ ਲੋਕੋ ਬਈ ਆ ਸਾਰੇ ਜਹਾਨ ਝੂਠੇ ਨੇ, ਵਿਚਾਲੇ ਕੰਧ ਕਰੀ ਹੋਈ ਆ। ਮੈਂ ਇਹਦੇ ਨਾਲ ਹੀ ਠੇਕੀ ਜਾਨੀ ਹਾਂ। ਆਪ ਨੇੜੇ ਘਰ ਆ, ਦੇਖੋ ਪਤੀ ਕਿੰਨਾ ਨੇੜੇ ਆ। ਰੰਗੋ ਕੀ ਨਾ ਮਾਣੇ। ਪ੍ਰੀਤਮ ਦਾ ਪਿਆਰ ਮਾਣ ਹੁੰਦਾ ਹੈ ਅੰਦਰੋਂ। ਪਿਆਰ ਜਦੋਂ ਹੁੰਦਾ ਨਾ, ਉਹ ਆਨੰਦ ਆਉਂਦਾ। ਆਨੰਦ ਉਹ ਆਨੰਦ ਸਾਂ, ਉਹ ਜਿਹਾ ਆਨੰਦ ਸਾਰੀ ਦੁਨੀਆ ਭੁੱਲ ਜਾਣੀਆਂ, ਕਹਿਣੀ ਆ ਪਤੀ ਆਹਾ। ਇਹੋ ਜਿਹਾ ਆਨੰਦ ਉਹ ਦੱਸਿਆ ਨਹੀਂ ਜਾ ਸਕਦਾ। ਗੁੰਗੇ ਦੀ ਮਠਿਆਈ ਆ ਜਿਹੜੀ ਮਾਣ ਦੀ ਆ, ਉਹਨੂੰ ਹੀ ਪਤਾ ਹੈ। ਇਹ ਜਿਹੜਾ ਪਤੀ ਪਤਨੀ ਦਾ ਸੰਯੋਗ ਹੁੰਦਾ, ਇਹਨੂੰ ਜਿਹੜੇ ਮਾਣ ਹੋਣ ਉਹਨੂੰ ਹੀ ਪਤਾ ਹੁੰਦਾ ਹੈ। ਦੁਨਿਆਵੀ ਵਿਖੇ ਰਸ ਦਾ ਵੀ, ਦੋਹਾਂ ਦਾ ਉਹਨੂੰ ਹੀ ਪਤਾ ਹੁੰਦਾ ਵੀ ਇਹ ਕੀ ਰਸ ਮਾਣਿਆ। ਇਵੇਂ ਹੀ ਸਾਡਾ ਅਸਲੀ ਪਤੀ ਨਾਲ ਅੰਮ੍ਰਿਤ ਰਸ ਜਦੋਂ ਆਊਗਾ ਤਾਂ ਸਾਨੂੰ ਉਦੋਂ ਹੀ ਪਤਾ ਲੱਗਣਾ ਵੀ ਹਾਂ, ਨਾਲੇ ਤਾਂ ਮੈਂ ਨਾ ਅੱਗੇ ਤਾਂ ਮਰੀ ਹੋਈ ਸੀ ਨਾ, ਹੁਣ ਮੈਂ ਨਾ ਜਿਉਂਦੀ ਹੋਈ ਜਾਂਦੀ ਹਾਂ ਤੇਰੇ ਰਸ ਨਾਲ, ਜਿਉਂਦੀ ਹੋਈ ਜਾਂਦੀ ਹਾਂ। ਮੈਂ ਤਾਂ ਮਰਨੀ ਨਹੀਂ, ਐਂ ਹੋ ਜਾਣਾ ਸੁਹਾਗਣ ਨੇ, ਮੈਂ ਵੀ ਨਹੀਂ ਮਰਨਾ। ਕਿਉਂ? ਅੰਮ੍ਰਿਤ ਹੁੰਦਾ ਨਾ ਮਰਨ ਵਾਲਾ ਰਸ ਆਇਆ। ਨਹੀਂ ਤਾਂ ਮੈਂ ਤਾਂ ਡਰਦੀ ਸੀ ਕਿ ਮਰ ਜਾਣਾ। ਜਿਹੜੀ ਚੀਜ਼ ਨਾਲ ਮੈਂ ਠਹਿਕ ਰਹੀ ਸੀ ਉਹ ਸਾਰੀ ਉਹਦੇ ਨਾਲ ਮੈਂ ਮਰੀ ਪਈ ਸੀ ਅੱਗੇ। ਹੁਣ ਜਦੋਂ ਪਤੀ ਮਿਲ ਗਿਆ ਤਾਂ ਸਦਾ ਦੀ ਜਿਉਂਦੀ ਹੋ ਜਾਣਾ। ਦੇਖੋ ਸਦਾ ਦੀ ਜਿਉਂਦੀ ਹੋਣਾ ਚਾਹੁੰਦੇ ਹੋ ਵੀ ਸਾਨੂੰ ਕੋਈ ਮਾਰੇ ਹੀ ਨਾ ਮਰੀਏ। ਆ ਮਿਲਣਾ, ਸਾਰੀ ਦੁਨੀਆ ਨਸ਼ਟ ਹੋ ਜਾਣੀ ਹੈ, ਪਤੀ ਸਦਾ ਦਾ ਰਹਿਣਾ ਹੈ।
पत्नी सदा दी रहनी है, सचखंड सदा दा रहना है। नाम रहो साधु रहो गुरु गोबिंद पढ़ियो। चौथा, जिन्हें गुरमंत्र जपिया है, पति दा नाम जपिया है, वो भी उही जी बन जानी। आप नड़े कर हरंगो की न 100 नेड़े धन कमलिए, हे जीव स्त्री कमलिए। कमलियां इन्ना नेड़े हुंदे सानू राज नहीं आ रहा, इन्ने सानू प्यार नहीं मान रहे। बाहर क्या ढूंढे? जिदन दे आए हैं ना दुनिया, देखो असी भी आपां भी लगे हुए सी। सारी दुनिया ना अंतरीब सुरती नहीं कोई लागे राजी, ना गुरमंत्र जप के राजी है। पति का जड़ा प्रेम आ, ना प्रेम लैके राजी है पति तो, ते ना अंतरीब वो ना मिलना चाहती है। तो कहती है ना बाहरों रब लभ जे, प्रीतम मैनू तुरी फिरती हूँ, मैं इधर माया का मोह उत्थे ही मैं रब लभा। आ देखो बड़ा मैं हासा आउंदा हुंदा, हेमकुंट की यात्रा, उत्थे तेन गुरु गोबिंद सिंह मिल जू। ਜਾਂ ਤਾਂ ਲੈ ਕੇ ਆਈ ਨਾ ਵੀ ਗੁਰੂ ਗੋਬਿੰਦ ਸਿੰਘ ਮੈਨੂੰ ਉੱਥੇ ਬੈਠੇ ਨੇ ਤੇ ਉੱਥੋਂ ਮਿਲਣ। ਬਾਹਰ ਮਨਮੁਖਾਂ ਨੇ ਤਾਂ ਜਾਣਾ ਹੀ ਆ, ਦੂਏ ਵੀ ਬਾਹਰ ਲੱਭਦੇ ਫਿਰਦੇ ਆ। ਹੁਣ ਕਰਨ ਕੀ ਜਾਣਾ ਹੇਮਕੁੰਟ? ਨਹਾ ਲਓ ਘਰੇ, ਨਹਾ ਲਓ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਤੀ ਨੇ ਉਹ ਸਾਰੇ ਥਾਈਂ ਉਹ ਤੇਰੇ ਘਰੇ ਵੀ ਹੈਗੇ, ਇਹ ਉੱਥੇ ਪ੍ਰਕਾਸ਼ ਨੇ। ਇਹਨਾਂ ਦੇ ਦਰਸ਼ਨ ਕਰਨੇ ਜਾ ਕੇ। ਹੁਣ ਤੈਨੂੰ ਪਹਾੜਾਂ ਨੇ ਤਾਂ ਰੱਬ ਨਹੀਂ ਬਣਾਉਣਾ। ਦੇਖੋ ਬਾਹਰ ਕੇ ਢੂੰਡੇ ਸਾਡੇ ਜੀ ਸਾਨੂੰ ਦੇਖੋ ਪਤਾ ਹੀ ਨਹੀਂ ਅਗਿਆਨ। ਤੀਰਥਾਂ ਤੇ ਲੱਭਦੀ ਫਿਰਦੀ ਆ, ਕੋਈ ਜੰਗਲਾਂ 'ਚ ਲੱਭਦੀ ਫਿਰਦੀ ਆ, ਕੋਈ ਸਾਰੀ ਬਾਦਸ਼ਾਹ ਨੇ, ਕੋਈ ਕਿਤੇ ਲੱਭਦਾ ਫਿਰਦਾ ਰੱਬ ਨੂੰ ਬਾਹਰੋਂ। ਕੋਈ ਧਾਰਮਿਕ ਕੰਮ ਕਰਕੇ ਕਹਿੰਦਾ ਮੈਂ ਮਾੜਾ ਮੈਂ ਰੱਬ ਲੱਭ ਲੂਗਾ। ਹੁਣ ਰੱਬ ਲੱਭ ਗਿਆ। ਸਰੀਰੋਂ ਭਾਲਣ ਕੋਹ ਬਾਹਰ ਜਾਏ। ਸਰੀਰ ਦੇ ਵਿੱਚ ਬੈਠਾ ਪਤੀ ਕੋਲੇ ਬੈਠਾ, ਉਹਦੇ ਨਾਲ ਮਿਲ ਨਹੀਂ ਹੁੰਦਾ ਤੇ ਉਹ ਕਾਰਨ ਨਹੀਂ ਲੱਭਦੀ ਵੀ ਵਿਚਾਲੇ ਕਿਹੜੀ ਕੰਧ ਆ, ਉਹ ਢਾਉਣੀ ਨਹੀਂ ਚਾਹੁੰਦਾ ਕੋਈ, ਤੇ ਬਾਹਰ ਲੱਭਣਾ ਚਾਹੁੰਦਾ ਹੈ। ਨਾਮ ਨਾ ਰਹੇ, ਕੋਈ ਗੁਰਮੰਤਰ ਨਹੀਂ ਲੈ ਕੇ ਰਾਜੀ ਛੇਤੀ। ਬਹੁਤ ਬਗਾਰ दुख पाए, सारा बगारी वाला काम है। एवं कोई फायदा नहीं होता जोड़ा बाहर लभदा फिरदा, सगों दुखी हो के आ जाता। सतगुर ने दूजे पातशाह जी ने भी देवी देवतियां दे जां होर उन्हां कोल तां रब है, वो तो आप भालदे फिरदे आ। महाराज ने वो सानू रह के दिखाया, तीर्थां ते तैनूं कुछ नहीं मिलना, तेरे ते कोले आ ਤੇ ਤੂੰ ਲੱਭਦਾ ਫਿਰਦਾ ਬਾਹਰ। ਮਨਮੁਖ ਅੰਧੇ ਸੂਝੇ ਨਹੀਂ, ਮਨਮੁਖ ਇਸਤਰੀ ਹੈ, ਕੁੜਿਆਰ ਇਸਤਰੀ ਹੈ, ਅੰਨੀ ਆ, ਉਹਨੂੰ ਕੋਈ ਸੂਝ ਨਹੀਂ। ਫਿਰ ਘਰ ਘੇਰਾ ਏ। ਗੁਰਮੁਖ ਬਤ ਪਾ ਬਣਿਆ, ਗੁਰੂ ਸਾਹਿਬ ਤੋਂ ਨਾਮ ਦੀ ਦਾਤ ਲੈ ਕੇ ਫੇਰ ਅੰਦਰੋਂ ਲੱਭਣੀ ਆ। ਜਿੰਨਾ ਮਰਜ਼ੀ ਕਹੀ ਚੱਲੋ ਜੀ ਮਹਾਰਾਜ ਤੁਸੀਂ, अंतर बसे मूड़ा बाहर पाड़े, मूर्ख बाहर लभदा फिरदा रब लभ जू। परंतु अंदर मन जिहड़ा ना वो अंदर नूं सुरती ला के नहीं राजी, अंदरों चरना ना प्यार पा के ही नहीं राजी। वो बाहर ठहक के राजी है। बाहर क्या ढूंढे? एक एक गल समझाई जाते हैं। हम बादशाह साहब किवें रब मिलना है? पैगियां दे सड़ाइयां नैनी भाव का कर शिंगारो, आपको करके राजी है? आपदे प्रीतम दा भै मन, इनू निर्मल भाव कहते हैं। हुण निर्मल भाव
ਇਹ ਨਹੀਂ ਕੱਲਾ ਉਹ ਉਧਰ ਤਾਂ ਜਮਦੂਤਾਂ ਦੇ ਭੈ ਤੋਂ ਤਾਂ ਆਪਾਂ ਨੂੰ ਚੱਕ ਦਿੱਤਾ, ਮਹਾਰਾਜ ਨੇ ਕੰਮ ਨਿਬੇੜ ਦਿੱਤਾ, ਆਪਦੀ ਬਣਾ ਲਿਆ। ਹੁਣ ਇੱਕ ਭੈ ਹੋਰ ਰੱਖਣਾ, ਸਤਕਾਰ ਵਾਲਾ। ਮੈਂ ਪ੍ਰੀਤਮ ਨੇ ਮੈਨੂੰ ਰੋਕਿਆ ਸੀ ਵੀ ਪਰਾਇਆ ਧਨ ਉਧਰ ਨੂੰ ਜਾਣਾ ਨਹੀਂ, ਮੈਂ ਭੈ ਥੱਲੇ ਤਾਂ ਬਚਣਾ। ਹੁਣ ਮੈਂ ਨਿੰਦਿਆ ਨਹੀਂ ਅੱਜ ਤੋਂ ਕਰਨੀ। ਆ ਗੁਰੂ ਸਾਹਿਬ ਦਾ ਭੈ ਹੋ ਗਿਆ ਨਾ, ਇਹ ਨਿਰਮਲ ਭਾਉ ਕਹਿੰਦੇ ਆ। ਨੀ ਜੀਵ ਇਸਤਰੀਏ, ਪ੍ਰੀਤਮ ਦਾ ਭੈ ਮੰਨਾ ਬਿਨਾ ਪ੍ਰੀਤਮ ਨਹੀਂ ਮਿਲਦਾ। ਉਹਦਾ ਭੈ ਮੰਨਣਾ ਪਊ, ਡਰ ਮੰਨਣਾ ਪਊ, ਤਾਂ ਉਹ ਸਭ ਕੁਛ ਦੇਖਦਾ ਤੇਰਾ ਪੇਕੇ ਘਰ ਚ, ਤੈਨੂੰ ਜਾਣਦਾ ਉਹ ਵੀ ਇਹ ਕਿੱਧਰ ਨੂੰ, ਇਹ ਮੇਰਾ ਅੱਖਾਂ ਮੰਨਦੀ ਹੈ, ਇਹ ਤਾਂ ਮਗਰੋਂ ਵਾਰਾ ਹੋ ਜਾਂਦੀ ਆ। ਹਰ ਵਕਤ ਭੈ ਥੱਲੇ ਰਹਿਣਾ ਹੈ। ਭੈ ਤੋਂ ਬਿਨਾਂ ਪਿਆਰ ਪੈਣਾ ਹੀ ਨਹੀਂ ਪਤੀ ਨਾਲ, ਇਹ ਵੀ ਨਾਲ। ਸਾਰੀ ਉਹਨੇ ਜੋ ਚੀਜ਼ਾਂ ਤੋਂ ਰੋਕ ਲਾਈ ਆ, ਸਾਨੂੰ ਕਰਹਿਤਾਂ ਤੋਂ ਰੋਕ ਲਾਈ ਹੈ, ਉਹ ਸਾਰੀਆਂ ਡਰ ਕੇ ਰਹਿਣਾ ਹੈ ਗੁਰੂ ਸਾਹਿਬ ਤੋਂ। ਗੁਰੂ ਸਾਹਿਬ ਜੀ ਤੁਸੀਂ ਤਾਂ ਜਾਣ ਕੇ, ਜੇ ਗਲਤੀ ਅੰਦਰ ਹੋ ਜਾਂਦੀ ਹੁੰਦੀ, ਆਪਾਂ ਹੁੰਦੀ ਹੈ ਨਿੱਤ, ਭੁੱਲਦਾ ਮਨ, ਤਾਂ ਉਹਨੂੰ ਮਹਾਰਾਜ ਦੇ ਉਦੋਂ ਕੋਲੋਂ ਮਾਫੀ ਮੰਗੋ, ਮਹਾਰਾਜ ਆ ਮੇਰੇ ਤੋਂ ਛਡਾ, ਮੇਰੇ ਤੋਂ ਤਾਂ ਅਜੇ ਛੱਡ ਨਹੀਂ ਹੁੰਦੀ, ਡਰਦਾ ਮੈਂ ਤਾਂ ਥੋਤੋਂ ਤੁਹਾਡੀਆਂ ਜੁੱਤੀਆਂ ਪੈਣੀਆਂ। ਜੁੱਤੀਆਂ ਕੀ ਆ ਸਾਡੀਆਂ, ਉਦੋਂ ਜੁੱਤੀਆਂ ਕੀ ਪੈਂਦੀਆਂ ਨੇ, ਸਾਡੇ ਜੁੱਤੀਆਂ ਕੀ ਪੈਂਦੀਆਂ ਜੇ ਅਸੀਂ ਭੈ ਨਹੀਂ ਧਾਰਨ ਕਰਦੇ, ਸਾਡੀ ਸੁਰਤੀ ਨਹੀਂ ਲੱਗਦੀ, ਸਾਡਾ ਨਾਮ ਜਪਣ ਨੂੰ ਜੀ ਨਹੀਂ ਕਰਦਾ, ਉਦੋਂ ਗਲਤੀ ਹੋ ਗਈ। ਮਨਮੁਖ ਗੱਲਾਂ ਕਰ ਰਿਹਾ, ਕੱਚੀਆਂ ਕਰ ਰਿਹਾ, ਤੂੰ ਉੱਥੇ ਜਾ ਵੜਿਆ। ਹੁਣ ਇਹ ਤਾਂ ਰੋਹ ਮਹਾਰਾਜ ਨੇ ਲਾਇਆ ਵੀ ਇਹ ਤਾਂ ਇਹਦੇ ਕੋਲ ਬੈਠ ਨਾ, ਇਹਨੇ ਤਾਂ ਕੱਚੀਆਂ ਗੱਲਾਂ ਕਰਨੀਆਂ, ਤੂੰ ਕੱਚੀਆਂ ਸੁਣ ਕੇ ਰਾਜੀਆਂ, ਕੰਨ ਲਾ ਕੇ ਹਾਂ ਚੁਗਲੀਆਂ ਸੁਣਾ। ਅੱਜ ਤੈਨੂੰ ਭੈ ਹੈ ਰੱਬ ਦਾ, ਇੰਨੇ ਭੈ ਥੱਲੇ ਰਹਿਣਾ ਹੈ। ਕਿਉਂ? ਉਦੋਂ ਹੀ ਮੇਰੇ ਪਤੀ ਨੇ ਨੋਟ ਕਰ ਲੈਣਾ ਵੀ ਇਹ ਮੇਰੇ ਦਾ ਆਖੇ ਤਾਂ ਲੱਗਦੀ ਨਹੀਂ ਹੈ, ਆਖੇ ਲੱਗਦੇ ਬਹੁਤ ਬਰੀਕ ਹੈ ਕੰਮ, ਇਹਦੇ ਨਿੰਦਿਆ ਕਰੀ ਜਾਂਦੀ ਆ। ਹੁਣ ਨਿੰਦਿਆ ਕਿਤੇ ਨੂੰ ਸੁਣਦੀ ਹੁੰਦੀ ਆ, ਅੰਦਰ ਹੀ ਕਰੀ ਜਾਂਦੇ ਹੁੰਦੇ ਆਪਾਂ। ਨਹੀਂ ਵੀ ਕਿਸੇ ਨੂੰ ਸੁਣਾ ਕੇ ਉਹਨੂੰ ਨਹੀਂ ਰਾਜੀ, ਤਾਂ ਅੰਦਰ ਹੀ ਅੰਦਰ ਦੇਖੋ ਅੰਦਰ ਕਿਵੇਂ ਚੱਲਦਾ। ਤੇ ਮਹਾਰਾਜ ਨੇ ਰੋਕ ਲਾਈ ਹੋਈ ਆ। ਭੈ ਜਦੋਂ ਹੋਊਗਾ ਤਾਂ ਕਦੇ ਨਹੀਂ ਕਰੂ, ਡਰਦੀ ਰਹੂ। ਨਹੀਂ ਮੈਂ ਤਾਂ ਰੱਬ ਦਾ ਨਾਂ ਲੈਣਾ, ਵਾਹਿਗੁਰੂ ਕਹਿਣਾ, ਵਾਹਿਗੁਰੂ ਪ੍ਰੀਤਮ ਵਾਹਿਗੁਰੂ, ਭੁੱਲ ਗਈ ਹਰ ਵਕਤ ਭੁੱਲ ਗਈ ਕਰਦੀ ਰਹਿਣਾ। ਭਾਣੇ ਥੱਲੇ ਰਹਿਣਾ ਹੈ। ਭੱਬੇ ਬੜੇ ਕੰਮ ਦੇ ਨੇ ਇਹ। ਨੈਣੀ ਭਾਵ ਕਾ ਕਰ ਸ਼ਿੰਗਾਰੋ। ਹੁਣ ਬਾਹਰੋਂ ਸ਼ਿੰਗਾਰ ਕਰਕੇ ਬੀਬੀ ਪਤੀ ਨੂੰ ਖੁਸ਼ ਕਰਦੀ ਹੈ ਨਾ, ਉਹਦਾ ਉਦਾਹਰਨ ਦੇ ਕੇ ਦੱਸੀ ਹੈ। ਇਹ ਸ਼ਿੰਗਾਰ ਦਾ ਨਹੀਂ ਹੈ। ਇਸ ਪਤੀ ਤਾਂ ਭੈ ਧਾਰੇਂਗੀ, ਇਹ ਨੈਣਾ 'ਚ ਆਪਦੇ ਅੱਖਾਂ 'ਚ ਬਾਹ, ਅੰਦਰਲੀ ਆਤਮਾ, ਅੰਦਰ ਆਤਮਾ 'ਚ ਭੈ ਧਾਰਨ ਕਰ, ਪਿਆਰ ਧਾਰਨ ਕਰ, ਭਾਵ ਕਾ ਕਰੋ ਸ਼ਿੰਗਾਰੋ। ਭਾਵ ਕੀ ਹੈ? ਪ੍ਰੇਮ ਕੀ ਹੈ? ਸਾਰਾ ਦਿਨ ਪ੍ਰੀਤਮ ਨੂੰ ਯਾਦ ਕਰਨਾ ਪ੍ਰੇਮ ਹੁੰਦਾ ਹੈ। ਜਿਹਨੂੰ ਵੀ ਅਸੀਂ ਪ੍ਰੇਮ ਕਰੀਏ ਨਾ, ਉਹ ਸਾਤੋਂ ਭੁੱਲਦਾ ਨਹੀਂ ਹੁੰਦਾ। ਦੇਖੋ ਕੰਮ, ਜੇ ਮਾਂ ਵੀ ਮਰ ਵੀ ਗਈ ਤਾਂ ਵੀ ਯਾਦ ਆਉਂਦੀ ਰਹਿੰਦੀ ਹੈ ਨਾ। ਪ੍ਰੇਮ ਸੀ ਉਦਾਹਰਨ, ਸਮਝ ਆ ਜੀ। ਘਰੇ ਪੁੱਤ ਧੀਆਂ ਦਾ ਪ੍ਰੇਮ ਹੈ ਤਾਂ ਯਾਦ ਹੁੰਦੇ ਰਹਿੰਦੇ ਆ, ਨਾਲੇ ਉਹਦੇ ਨਕਸ਼ੇ ਬਣਦੇ ਰਹਿੰਦੇ ਆ ਵੀ ਇਹੋ ਜਿਹਾ ਮੇਰਾ। ਵਾਹਿਗੁਰੂ ਆ ਪ੍ਰੇਮ ਹੈ। ਵਾਹਿਗੁਰੂ ਆ ਆਤਮਾ ਦਾ ਪ੍ਰੇਮ ਹੈ।
शरीर का नहीं है, आत्मा का पति है जिन्होंने याद करती है। वो गुरु नानक है, ਉਹਦਾ नाम गुरु है, ਉਹਨੂੰ ਧੰਨ ਕਹੀ ਜਾਂਦੀ ਆ ਤੂੰ, ਉਹ ਤੇਰੀ ਫਿਰ ਮਦਦ ਕਰੂ। ਚੰਨ ਛੰਨ ਗੁਰੂ ਏਕ ਪੈਂਡਾ ਜਾਏ, ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲਈ। ਤਾਂ ਇਹ ਆ ਉਹ, ਜੇ ਤੂੰ ਉਹਦੇ ਨਾਲ ਪ੍ਰੇਮ ਕਰੇਂਗੀ, ਉਹਨੇ ਕਰੋੜਾਂ ਪੈਂਡਾ ਹੋ ਕੇ ਤੈਨੂੰ ਤੈਅ ਕਰਕੇ ਤੈਨੂੰ ਜੀ एक बार सिमरन सतगुर सिमरन मात्र, सतगुर बारंबार गुरहेत है। भाई साहब दसी जाते हैं भी जे एक बार तू वाहिगुरू कहना है, वो कई बार याद कराउंदा सतगुर पति तेनू कई बार याद कराउंदा। उस तो बाद जे तू एक बार तो कह ਤਾਂ ਸੁਹਾਗਣ ਜਾਣੀਏ ਜੇ ਛੋ ਤਰੇ ਪਿਆਰ। ਹਜੇ ਵੀ ਤੇਰਾ ਕੰਮ ਇਹ ਦੋਵੇਂ ਕੰਮ ਕਰੀ ਜਾਣੇ, ਪਰ ਹਜੇ ਵੀ ਤੂੰ ਸੁਹਾਗਣ ਨਹੀਂ ਬਣੀ। ਕਿਉਂ? ਤੈਨੂੰ ਹਜੇ ਪ੍ਰੇਮ ਪਤੀ ਨੇ ਤੈਨੂੰ ਮਿਲਿਆ ਨਹੀਂ ਹੈ, ਦਰਸ਼ਨ ਨਹੀਂ ਹੋਏ। ਤਾਂ ਸੁਹਾਗਣ ਜਾਣਾਂਗੇ ਜਦੋਂ ਦਰਸ਼ਨ ਉਹਨੇ ਅੰਦਰ ਦੇ ਦੇ, ਉਦੋਂ ਸੁਹਾਗਣ ਜਾਣੇਗੀ ਵੀ ਸੁਹਾਗਣ ਹੋ ਗਈ ਮੈਂ। ਉਹਨਾਂ ਚ ਸੁਹਾਗਣ ਨਾ ਸਮਝੀ, ਪਰ ਤੂੰ ਆ ਜਗਾਰਤਾ ਕਰ। ਤੇ ਤੂੰ ਸੂਹ ਵੀ ਲੋਕਾਂ ਵੇ ਸੂਹ ਵੀ ਹੁਣ ਸੂਹ ਬੇਸ ਕਰੀ, ਤੂੰ ਬਾਹਰਲੇ ਸ਼ਿੰਗਾਰ ਕਰਦੀ ਫਿਰਦੀ ਆ, ਪਤੀ ਨੂੰ ਖੁਸ਼ ਕਰ ਲੈ। ਬੇਸੀ 100 ਨਾ ਪਾਈਏ, ਕਰ ਕਰ ਬੇਸ ਕਰੀ। ਬਹੁਤ ਦੁਨੀਆ ਬੇਸ ਧਾਰੀ ਫਿਰਦੀ ਹੈ ਰੱਬ ਦਾ। ਮੈਂ ਮੂੰਹ ਚੋਂ ਨਹੀਂ ਲੈਣਾ ਚਾਹੁੰਦਾ, ਜਿਹੜੇ ਬਾਹਰਲੇ ਕੱਪੜੇ ਕੁਪੜੇ ਸਭ ਜਿੰਨੀ ਵੀ ਦੁਨੀਆ ਦੇਖੋ ਭੇਖ ਕਿਵੇਂ ਧਾਰੇ ਹੋਏ ਆ, ਇਹਨਾਂ ਰੱਬ ਮਿਲ ਜੂ। ਉਹ ਸਰੀਰਾਂ ਨੂੰ ਤਾਂ ਪਿਆਰ ਹੀ ਨਹੀਂ ਕਰਦਾ, ਸਰੀਰਾਂ ਦੇ ਬਾਹਰਲੇ ਭੇਸ ਨੂੰ ਤਾਂ ਪਿਆਰ ਹੀ ਨਹੀਂ ਕਰਦਾ। ਉਹ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾਈ ਫਿਰ, ਜਿੰਨੇ ਮਰਜ਼ੀ ਸੁਰਮੇ ਤੇ ਚਾਈ ਚੱਲ, ਤਾਂ ਕੁੜਿਆਰ ਹੈ। ਤੂੰ ਤਾਂ ਆਪਦੇ ਆਪ ਨੂੰ ਬਾਹਰਲਾ ਸਰੀਰ ਮੰਨਦੀ ਹੈ, ਸੁਰਮੇ ਪਾਈ ਜਾਂਦੀ ਆ, ਬਾਲ ਕਟਾਈ ਜਾਂਦੀ ਆ। ਇਹ ਇੱਥੋਂ ਦਾ ਪਤੀ ਵੀ ਨਹੀਂ ਛੇਤੀ ਖੁਸ਼ ਹੁੰਦਾ ਹੈ ਜੀ। ਇਹ ਆਗਿਆ ਤਾਂ ਮੇਰੀ ਮੰਨਦੀ ਨਹੀਂ ਹੈ, ਸੂਟ ਪਾਉਂਦੀ ਹੈ 10-10। ਆਗਿਆਕਾਰੀ ਹੋਣੀ ਚਾਹੀਦੀ ਹੈ ਇਸਤਰੀ। ਇਹ ਤਾਂ ਦੋਵੇਂ ਸਬਕ ਮਿਲਦੇ ਆ ਸਾਨੂੰ ਗ੍ਰਸਥ ਜੀਵਨ ਵਿੱਚ ਵੀ। ਜੇ ਅਸੀਂ ਪਤੀ ਨੂੰ ਮਨਾ ਲਾਂਗੇ ਨਾ ਅੰਦਰਲੇ ਨੂੰ, ਤਾਂ ਅਸੀਂ ਇੱਥੇ ਵੀ ਮਾਈ ਸੇਵਾ ਵਾਂਗੂ ਹੋ ਜਾਵਾਂਗੇ। ਦੋਵੇਂ ਪਤੀ ਮਨਾਏ ਸੀ ਉਹਨੇ, ਮਾਤਾ ਸੇਵਾ ਨੇ। ਜਦੋਂ ਦੋਵੇਂ ਪਤੀ ਮਨਾ ਲਏ ਤਾਂ ਇੱਥੋਂ ਤੱਕ ਆ ਕੇ ਗੋਂਦਾ ਦੇ ਵਿੱਚ ਟੋਕਰੀ ਢੋਣ ਆ ਜਾਂਦੀ ਸੀ, ਆਪਦੇ ਬਾਹਰਲੇ ਸਰੀਰ ਨੂੰ ਵੀ ਚੱਕ ਲਿਆਉਂਦੀ ਸੀ, ਅਸਥੂਲ ਨੂੰ ਵੀ। ਸੂਖਸ਼ਮ ਤਾਂ ਲਿਆਉਣਾ ਹੀ ਲਿਆਉਣਾ, ਅਸਥੂਲ ਵੀ ਲੈ ਆਉਂਦੀ ਸੀ ਵੀ ਮੈਂ ਸੇਵਾ ਸਤਿਗੁਰਾਂ ਦੀ ਜਾ ਕੇ ਕਰਾਂ। ਮਹਾਰਾਜ ਨੇ ਮਾਈ ਸੇਵਾ ਬਾਜ਼ਾਰ ਨੂੰ ਧਰਤਾ, ਉਹਦੀ ਯਾਦਗਾਰ ਪੱਕੀ ਬਣਾਤੀ। ਸਾਹਮਣੇ ਫਿਰ ਦੱਸਿਆ ਉਹਨੇ ਸਾਰੀਆਂ ਵੀ ਇਹ ਬੀਬੀ ਕਿੱਥੋਂ ਆਉਂਦੀ ਹੈ। ਕਹਿੰਦੇ ਕਾਬਲ ਤੋਂ ਆਉਂਦੀ ਹੈ। ਕਿੱਥੇ ਕਾਬਲ, ਕਿੱਥੇ ਗੋਂਦਾਲ। ਕਿਉਂ? ਬੇਗਮਪੁਰੇ ਸ਼ਹਿਰ 'ਚ ਪੜ੍ਹ ਲਿਓ, ਜਿੱਥੇ ਮਰਜ਼ੀ ਜਾ ਸਕਦੀ ਆ, ਜਿੱਥੇ ਮਰਜ਼ੀ ਜਾ ਸਕਦੀ ਹੈ। ਸਥੂਲ ਸਰੀਰ ਧਾਰਨ ਕਰਕੇ ਦੇਖੋ ਕਿੰਨੀ ਵੱਡੀ ਗੱਲ ਹੈ ਜਦੋਂ ਪਤੀ ਨੂੰ ਮਿਲ ਗਈ। ਸੂਖਸ਼ਮ ਨਾਲ ਤਾਂ ਜਾਣਾ ਹੀ ਹੈ। ਸੂਖਸ਼ਮ ਨਾਲ ਤਾਂ ਉਹ ਮਛੰਦਰ ਵਰਗੇ ਜਾ ਕੇ ਰਾਜੇ 'ਚ ਵੜ ਗਏ ਸੀ। ਅਸਥੂਲ ਨਾਲ ਵੀ ਚਲੇ ਜਾਣਾ, ਅਸਥੂਲ ਸਰੀਰ ਨੂੰ ਵੀ ਨਾਲ ਲੈ ਜਾਣਾ। ਅਗਲੇ ਨੂੰ ਉੱਥੇ ਦਿਸਣਾ, ਇਹ ਜਦ ਮੈਨੂੰ ਇੱਥੇ ਮਿਲਿਆ ਸੀ, ਮੈਨੂੰ ਸਿੰਘ, ਮੈਨੂੰ ਇਹ ਤਾਂ ਤੂੰ ਮੈਨੂੰ ਇੱਥੇ ਮੈਨੂੰ ਰੋਕ ਕੇ ਮੈਨੂੰ ਇੱਥੇ ਮਿਲਿਆ ਸੀ। ਇਹ ਕੀ ਗੱਲ? ਅਸਥੂਲ ਸਰੀਰ ਨਾਲ ਚਲੇ ਤਾਂ ਸੁਹਾਗਣ ਜਾਈਏ ਛੋ ਤਰੇ ਪਿਆ। ਜੈ ਜੈ ਸਹਿਲ ਕਰੂੰ ਤਿਉਂ ਤਾਂ ਸਹਿਲ ਕਰੂੰ ਜੋ ਜੋ ਭਾਵੈ, ਜਿੱਥੇ ਮਰਜ਼ੀ ਜਾ ਸਕਦੀ। ਦੇਖੋ ਇਹੋ ਜਿਹੀ ਬਣਨਾ ਚਾਹੁੰਦੇ ਆ। ਇਆਣੀ ਬਾਲੀ ਕਿਆ ਕਰੇ ਜਾਂ ਕੰਤ ਨਾ ਭਾਵੈ। ਕੀ ਕਰੇ ਵਿਚਾਰੀ, ਜਾਂ ਪਤੀ ਨੂੰ ਪਸੰਦ ਨਹੀਂ ਆਉਂਦੀ।
ਕੰਨ ਪਲਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੈ। ਬੜੇ ਤਰਲੇ ਲੈਂਦੀ ਆ ਮਨਮੁਖ ਇਸਤਰੀ, ਉਹਨੂੰ ਸੱਚਖੰਡ ਨਹੀਂ ਮਿਲਦਾ। ਜਿੰਨੇ ਮਰਜ਼ੀ ਤਰਲੇ ਲੈ ਲਵੇ, ਬਿਨ ਕਰਮਾਂ ਕਿਛ ਪਾਈਏ ਨਹੀਂ ਜੇ ਉਹ ਤੇਰਾ ਧਾਵੈ। ਆ ਕੀ ਕਹਿਤਾ? ਆ ਕਰਮ ਚੰਗੇ ਸੀ ਤਾਂ ਅੰਮ੍ਰਿਤ ਛਕਿਆ, ਕਰਮਾਂ 'ਚ ਲਿਖਿਆ ਹੋਇਆ ਸੀ। ਜਿਹੜੀ ਕਰਮਹੀਣ ਹੈ ਨਾ, ਉਹਨੂੰ ਅੰਮ੍ਰਿਤ ਦੀ ਦਾਤ ਨਹੀਂ ਦਿੰਦਾ, ਉੱਤੇ ਨਹੀਂ ਹਜੇ ਖੁਸ਼ ਹੋਇਆ। ਜਿੰਨੇ ਮਰਜ਼ੀ ਭੱਜ ਲਵੇ, ਯਤਨ ਕਰ ਲਵੇ, ਬਹੁਤ ਦੁਨੀਆ ਦਾੜੀ ਵੀ ਰੱਖੀ ਰੱਖਣ, ਹੋਰ ਕਰਮਹੀਣ ਆ ਅਜੇ ਕਰਮ ਚੰਗੇ ਨਹੀਂ ਹੈ ਉਹਦੇ। ਲਵ ਲੋਭ ਹੰਕਾਰ ਕੀ ਮਾਤੀ, ਮਾਇਆ ਮੈਂ ਸਮਾਣੀ, ਇਨੀ ਬਾਤੀ ਛੋ ਪਾਈਏ ਨਹੀਂ, ਭਈ ਕਾਮਣੇ ਆਣੀ। ਆਣੀ ਬਾਲੀਏ, ਆ ਤਿੰਨ ਔਗਣ ਬਹੁਤ ਵੱਡੇ ਆ ਤੇਰੇ ਚ, ਤੇਰੇ ਤਾਂ ਚਸਕੇ ਹੀ ਨਹੀਂ ਛੁੱਟਦੇ। ਲਵ ਬਾਹਰਲੇ ਚਸਕੇ ਨੇ, ਸੋਨੇ ਦਾ, ਚਾਂਦੀ ਦਾ, ਕੱਪੜਿਆਂ ਦਾ, ਸਾਰੇ ਚਸਕੇ ਹੀ ਨੇ, ਘੋੜਿਆਂ ਦਾ, ਕਾਰਾਂ ਦਾ, ਸਾਰੇ ਚਸਕੇ ਸਾਰੇ ਸਰੀਰ ਦੇ ਨੇ। ਇਹ ਤੇਰਾ ਸਰੀਰ ਕੇ ਕਹਿ ਘਟ ਨਾਮ ਨਿਵਾਸ। ਤੂੰ ਤਾਂ ਇਹਦੇ ਤੇ ਡਿੱਗੀ ਪਈਆਂ, ਲਾਲਾਂ ਡਿੱਗੀਆਂ। ਲਵ ਹੁੰਦਾ ਲਾਲਾਂ ਡਿੱਗਣੀਆਂ, ਥੁੱਕ। ਇਹ ਥੁੱਕ ਨਹੀਂ ਸਿੱਟ ਡਿੱਗਦੇ ਤਾਂ ਸਾਨੂੰ ਜਿਹੜੀ ਚੀਜ਼ ਪਿਆਰੀ ਲੱਗਦੀ ਹੈ ਅਸੀਂ ਥੁੱਕ ਹੀ ਸਿੱਟਦੇ ਹਾਂ। ਚਸਕੇ, ਇਹ ਸਾਰੇ ਚਸਕੇ, ਤੂੰ ਤਾਂ ਇਹਨਾਂ ਨੇ ਚਸਕਿਆਂ 'ਚ ਹੀ ਮਸਤ ਹੈ। ਤੈਨੂੰ ਅੰਮ੍ਰਿਤ ਦਾ ਤਾਂ ਪਤੀ ਦਾ ਤਾਂ ਚਸਕਾ ਪਤਾ ਹੀ ਨਹੀਂ। ਦੁਆ ਲੋਭ ਬੜਾ ਬੜਾ। ਜਿੱਦਣ ਦੇ ਆਏ ਆ, ਤ੍ਰਿਸ਼ਨਾ ਲੱਗੀ ਆ ਉਹਦੀ ਧੀ ਤੇ ਲੋਭ ਦਾ ਪਿਓ ਆ। ਦੇਖੋਗਾ ਜਿੱਦਣ ਦੀ ਮਨ ਨੂੰ ਤ੍ਰਿਸ਼ਨਾ ਲੱਗੀ ਆ, ਹਰ ਵਕਤ ਮਾਇਆ ਦੀ, ਉਹਦੀ, ਸਾਰੇ ਬਕਾਰਾਂ ਦੀ, ਲੋਭ ਹੀ ਲੋਭ, ਸਾਰੇ ਪਾਸੇ ਲੋਭ ਪ੍ਰਧਾਨ। ਇਹ ਲੋਭਾ ਲੰਪਟ ਸੰਗ ਸਿਰ ਮੋਰਾ, ਵੱਡੇ ਵੱਡੇ ਰਗੜੇ ਪਏ ਨੇ ਐਨਕ ਲਹਿਰੀ ਕਲੋਲ ਤੇ, ਉਹਨਾਂ ਵਿੱਚ ਹੀ ਕਲੋਲਾਂ ਕਰੀ ਜਾਂਦੇ ਲੋਭ ਪਿੱਛੇ। ਇਹ ਫੇਰ ਕਿਤੇ ਲੋਭ ਦੀ ਬਾਤ ਸਹਿਸਕ੍ਰਿਤੀ 'ਚ ਇਕੱਲੇ ਉਹਦੀ ਡੈਫੀਨੇਸ਼ਨ ਦੱਸੀ ਆ ਵੀ ਇਹੋ ਜਿਹੇ ਨੇ ਬਕਾਰ। ਇਹ ਨਾ ਤਾਂ ਮਾਂ ਪਿਓ ਨੂੰ ਛੱਡਦੇ ਆ, ਨਾ ਇਹ ਗੁਰਦੁਆਰੇ ਨੂੰ ਵੀ ਲੁੱਟ ਲੈਂਦੇ ਆ। ਇਹ ਨਾ ਕਿਸੇ ਦੇ ਮਿੱਤਰ ਨਹੀਂ ਲੋਭੀ ਵਾਲਾ। ਨੱਚ ਮਿੱਤਰਿੰਗ, ਨੱਚ ਇਸਟਿੰਗ, ਨੱਚ ਬੰਧਪ, ਨੱਚ ਮਾਤ ਪਿਤਾ ਲੱਜਿਆ। ਇਹਨੂੰ ਬਸ਼ਰਮ ਐਡਾ ਹੈ, ਮਾਂ ਪਿਓ ਨੂੰ ਵੀ ਲੁੱਟ ਲੈਂਦਾ ਹੈ, ਰਿਸ਼ਤੇਦਾਰਾਂ ਨੂੰ ਵੀ ਲੁੱਟ ਲੈਂਦਾ, ਕਈ ਪੈਸੇ ਮਾਰ ਜਾਂਦੇ ਆ। ਫਿਰ ਇਹ ਗੋਲਕ ਨੂੰ ਵੀ ਲੁੱਟਦਾ ਹੈ, ਉੱਥੇ ਵੀ ਨਹੀਂ ਡਰਦਾ ਲੋਭੀ ਬੰਦਾ। ਮਿੱਤਰਾਂ ਨਾਲ ਵੀ ਧੋਖਾ ਕਰ ਜਾਂਦਾ ਹੈ। ਇਹੋ ਜਿਹਾ ਹੈ ਤੇ ਤੂੰ ਤਾਂ ਇਹਦੇ ਨਾਲ ਮੱਤੀ ਪਈ ਆ। ਹੰਕਾਰ ਕੀ ਮਾਤੀ, ਮਾਣ ਦੀ ਹੰਕਾਰ ਕਿੱਡਾ ਵੱਡਾ ਤੇਰੇ ਤੋਂ। ਇਹ ਜਿਹਨੂੰ ਨਹੀਂ ਪਸੰਦ ਕਰਦਾ ਉਹ। ਲਵ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਭਗਤਾਂ ਕੀ ਚਾਲ ਨਰਾਲੀ। ਇਹ ਛੱਡਣੇ ਪੈਣੇ ਆ। ਫਿਰ ਬਹੁਤਾ ਨਹੀਂ ਬੋਲਣਾ। ਬੋਲੇ ਤੇ ਵੀ ਕੰਮ ਖਰਾਬ ਆ। ਕੱਚੀ ਬਾਣੀ ਬੋਲੇਗਾ ਤੂੰ। ਜਦੋਂ ਬੋਲੇਗਾ ਤੇ ਬੋਲੀ ਜਾਣਾ, ਮਨ ਕਿੱਥੋਂ ਠਹਿਰੂ? ਮਨ ਬੋਲੀ ਜਾਂਦਾ। ਤਾਂ ਨਹੀਂ ਕੱਚੀਆਂ ਗੱਲਾਂ ਕਰਨੀਆਂ, ਸੁੱਤੀ ਨਹੀਂ ਲੱਗਦੀ, ਮਗਰੋਂ ਫੇਰ ਜੁੱਤੀਆਂ ਪੈਂਦੀਆਂ। ਜਿਹੜਾ ਗੁਰੂ ਸਾਹਿਬ ਦੀ ਪਤਨੀ ਹੁੰਦੀ ਹੈ, ਉਹ ਵਾਹਿਗੁਰੂ ਤੋਂ ਬਗੈਰ ਕੁਛ ਨਹੀਂ ਬੋਲਦੀ। ਜਾਂ ਰੱਬ ਦਾ ਗੁਰਬਾਣੀ ਰਾਹੀਂ ਬੋਲਦੀ ਹੈ ਜਾਂ ਬਾਣੀ ਬੰਦ। ਉਹਨੂੰ ਬੋਲ ਹੋਰ ਆਉਂਦਾ ਹੀ ਨਹੀਂ, ਭੁੱਲ ਜਾਂਦੀ ਆ। ਉਹ ਸਾਰੇ ਬੋਲ ਭੁੱਲਣੇ ਆ ਕੱਚੇ। ਇੰਨੀ ਬਾਤੀ ਛੋ ਪਾਈਏ ਨਹੀਂ, ਭਈ ਕਾਮਣਿਆ ਨਹੀਂ। ਸ਼ਾਰਟਕਟ ਜਾਏ ਪੁੱਛੋ ਸੁਹਾਗਣੀ ਬਾਹੇ, ਕਿੰਨੀ ਬਾਤੀ ਛੋ ਪਾਈਏ। ਹਾਂ, ਜਿਨ੍ਹਾਂ ਨੇ ਪਤੀ ਪ੍ਰਾਪਤ ਕੀਤਾ ਹੋਇਆ ਉਹਨੂੰ ਪੁੱਛ। ਹੁਣ ਗੁਰੂ ਨਾਨਕ ਪਾਤਸ਼ਾਹ ਹੀ ਆਪੇ ਸਹੇਲੀ ਬਣ ਜਾਂਦੇ ਆ, ਆਪੇ ਹੀ ਫਿਰ ਗੁਰਮੁਖ ਸਹੇਲੀ ਬਣ ਕੇ ਤੇ ਉਹਨੂੰ ਦੱਸਣ ਲੱਗ ਜਾਂਦੇ ਆ। ਪਾਤਸ਼ਾਹ ਹੁਣ ਸਮਝਾਉਣ ਕਿਵੇਂ? ਆਪੇ ਸੁਹਾਗਣ ਬਣ ਜਾਂਦੇ ਆ ਸਾਨੂੰ ਸਮਝਾਉਣ ਦੀ ਖਾਤਰ।
ਆਪੇ ਹੀ ਪਹਿਲਾਂ ਮਨਮੁਖ ਦੀਆਂ ਗੱਲਾਂ ਕਰ ਜਾਂਦੇ ਆ ਕਿ ਸਾਨੂੰ ਸਮਝਾਉਣਾ ਨਾ ਅੰਦਰਲੀ ਆਤਮਾ ਨੂੰ। ਜੋ ਕੁਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚਕਾਈ ਹੈ। ਆ ਤਿੰਨ ਦਸੀਆਂ ਗੱਲਾਂ ਵੱਡੀਆਂ ਵੱਡੀਆਂ। ਜੋ ਪਤੀ ਕਰਦਾ ਹੈ ਉਹਨੂੰ ਬਹੁਤ ਚੰਗਾ ਹੋ ਰਿਹਾ ਹੈ, ਇਹ ਸਮਝਿਆ ਕਰ। ਹੁਕਮ ਤਾਂ ਉਹਦਾ ਹੀ ਚੱਲਦਾ, ਸਾਡਾ ਕਿ ਥੋੜਾ ਹੁਕਮ ਚੱਲਦਾ। ਨਹੀਂ ਮੰਨਾਂਗੇ, ਬੁਰੇ ਆਕੜ ਕਹਾਂਗੇ ਵੀ ਇਹ ਨਹੀਂ ਚੰਗਾ ਕੀਤਾ, ਇਹ ਨਹੀਂ, ਇਹ ਇਸਤਰੀ ਹੈ ਤੂੰ। ਜੋ ਪਤੀ ਕਹਿੰਦਾ ਹੈ ਬਹੁਤ ਪਤੀ ਚੰਗਾ ਹੈ, ਤੈਨੂੰ ਜੋ ਕੁਛ ਕਰ ਰਿਹਾ ਠੀਕ ਕਰ ਰਿਹਾ। ਹਿਕਮਤ ਆਪਦੀ ਚਲਾਕੀਆਂ ਛੱਡ ਦੇ, ਹੁਜਤ ਆਕੜ ਛੱਡ ਦੇ ਮੂਹਰੇ ਹੰਕਾਰ ਦੀ, ਹੁਕਮ ਮੰਨ। ਹੁਣ ਛਾਟ ਘਾਟੀ ਕਰਨਾ ਪੈਣਾ। ਪ੍ਰੇਮ ਪਦਾਰਥ ਪਾਈਏ ਤਾਂ ਚਰਨੀ ਜਿੱਤ ਲਾਈਏ। ਦੂਜਾ ਕੰਮ ਕੀ ਕਰ? ਪ੍ਰੇਮ ਪਦਾਰਥ ਵਾਹਿਗੁਰੂ ਦੇ ਪ੍ਰੇਮ, ਜਿਹੜਾ ਵਾਹਿਗੁਰੂ ਦੀ ਯਾਦ ਹੈ, ਵਾਹਿਗੁਰੂ ਗੁਰਮੰਤਰ ਹੈ, ਪ੍ਰੇਮ ਪਦਾਰਥ ਨਾਮ ਹੈ ਭਾਈ। ਇਹ ਚਰਨਾਂ, ਗੁਰੂ ਸਾਹਿਬ ਦੇ ਚਰਨ, ਇਹ ਚਰਨ ਨੇ, ਇਹਨਾਂ ਨਾਲ ਹੀ ਤੂੰ ਪ੍ਰੇਮ ਕਰਿਆ ਕਰ, ਚਿੱਤ ਲਾਈ ਰੱਖਿਆ ਕਰ। ਸੌ ਕਿਆ ਕੀਜੇ ਤਨ ਮਨੋ ਦੀਜੇ, ਐਸਾ ਪਰਮ ਲਾਈ ਹੈ। ਜੋ ਪਤੀ ਕਰ ਰਿਹਾ ਹੈ ਉਹਦਾ, ਜੋ ਗੁਰਬਾਣੀ ਕਹਿ ਰਹੀ ਹੈ ਉਹ ਮੰਨ। ਤੇ ਤਨ ਤੇ ਮਨ ਹੈ ਪਤੀ ਦਾ ਹੀ ਸੀ ਪਹਿਲਾਂ, ਪਰ ਆਪ ਦਾ ਮੰਨੀ ਬੈਠੇ। ਜਿੱਦਣ ਗੁਰੂ ਸਾਹਿਬ ਨੇ ਕਿਹਾ ਵੀ ਇਹ ਤਨ ਮਨ ਧਨ ਗੁਰੂ ਸਾਹਿਬ ਨੂੰ ਸੌਂਪਦਾ, ਤੇ ਸਾਰੇ ਗੁਰੂ ਸਾਹਿਬ ਨੂੰ ਅਰਪਣ ਦਾ ਭਾਵ ਆ। ਸਭ ਕੁਛ ਗੁਰੂ ਸਾਹਿਬ ਦਾ, ਤਨ ਵੀ ਗੁਰੂ ਸਾਹਿਬ ਲਈ ਵਰਤਣਾ, ਮਨ ਵੀ ਗੁਰੂ ਸਾਹਿਬ ਲਈ ਵਰਤਣਾ, ਸਭ ਕੁਛ ਉਹਦੇ ਲਈ ਵਰਤਣਾ। ਮੇਰਾ ਸਭ ਕੁਛ, ਮੇਰਾ ਕੱਖ ਨਹੀਂ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਤਾਂ ਸੁਰਤੀ ਲੱਗਣੀ ਹੈ। ਸੁਰਤੀ ਨਹੀਂ ਲੱਗਦੀ, ਕਿਉਂ ਨਹੀਂ ਲੱਗਦੀ? ਤਨ ਮੇਰਾ ਹੈ, ਮਨ ਮੇਰਾ ਹੈ। ਮਨ ਵੀ ਗੁਰੂ ਸਾਹਿਬ ਨੂੰ ਸੌਂਪਦੇ। ਮਰ ਜਾਵੇ ਤੇ ਵਾਹਿਗੁਰੂ ਕਹਿ, ਬਸ ਖਤਮ। ਸਾਰੇ ਵਾਹਿਗੁਰੂ ਹੈ, ਉਹਨੂੰ ਸਮਝਾਓ ਇੱਕ ਥਾਂ, ਸਾਰੇ ਥਾਂ ਹੀ ਬੈਠਾ ਪਤੀ ਤੇਰਾ, ਉਹਦੇ ਵਿੱਚ ਹੀ ਜੰਮੀ ਹੈ ਤੂੰ, ਉਹਦੇ 'ਚ ਹੀ ਮਰਨਾ ਹੈ। ਸੌਂਪ, ਹੁਕਮ ਮੰਨੇ ਭਾਈ। ਇਹ ਕਹੇ ਸੁਹਾਗਣੀ ਭੈਣੇ ਇਨੀ ਬਾਤੀ ਛੋਪਾਈਏ। ਤੈਨ ਇਹ ਵੱਡੇ ਬਹੁਤ, ਇਹਨਾਂ ਤੇ ਅਮਲ ਕਰਨਾ ਹੈ। ਭਾਵ ਇਹ ਹੈ, ਆਪ ਗਵਾਈਏ ਤਾਂ ਛੋਪਾਈਏ ਔਰ ਕੈਸੀ ਚਤਰਾਈ। ਅਰਥ ਸਾਦੇ ਅਰਥ, ਆਪ ਗਵਾਈਏ ਆਪਾ ਭਾਵ ਗਵਾ ਦੇ, ਹਉਮੈ ਖੱਡ ਦੇ, ਔਰ ਕੈਸੀ ਚਤਰਾਈ, ਚਤਰਾਈਆਂ ਛੱਡ ਦੇ। ਸੌ ਨਦਰ ਕਰ ਦੇਖੇ ਸੋ ਦਨ ਲੇਖੇ। ਫਿਰ ਜਦੋਂ ਤੂੰ ਇਹੋ ਜਿਹਾ ਕੁਛ ਕਰੇਂਗੀ ਨਾ, ਜਦੋਂ ਆਪਾਂ ਗਵਾ ਦੇਂਗੀ, ਤੈਨੂੰ ਗੁਰੂ ਸਾਹਿਬ ਤੇਰੇ ਵੱਲ ਬਹੁਤ ਨਿਗਾਹ ਨਾਲ ਦੇਖਣਗੇ ਵੀ ਇਹ ਬੜੀ ਸਿਆਣੀ ਹੋ ਗਈ ਆ। ਉਦਣ ਦਿਨ ਲੇਖੇ ਜਾਂ ਦਰਸ਼ਨ ਦੇਣ ਦੇ ਨੇੜੇ ਹੋ ਗਈ ਤੂੰ। ਕਾਮਣ ਨੌ ਨਿਤ ਪਾਈ, ਖਜ਼ਾਨਾ ਮਿਲ ਜੂ ਤੈਨੂੰ ਇਸਤਰੀਏ। ਆਪਣੇ ਕੰਤ ਪਿਆਰੀ ਸਾਹ ਸੁਹਾਗਣ ਨਾਨਕ ਸਾਸ ਭਰਾਈ। ਇਹ ਕੰਤ ਦੀ ਪਿਆਰੀ ਐ ਬਣੇਗੀ, ਤੂੰ ਐ ਭਰਾਵਾਂ ਵਾਲੀ ਬਣ ਜਾਏਗੀ। ਉੱਥੇ ਵਾਲੇ ਸਾਰੇ ਭਰਾ ਨੇ ਤੇਰੇ, ਉੱਥੇ ਜਿਹੜੇ ਗਏ ਆ ਨਾਮ ਜਪਣ ਵਾਲੀਆਂ ਇਸਤਰੀਆਂ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਐਨ ਸਪਾਏ ਸਮਾਣੀ। ਐਸੇ ਰੰਗ, ਇਹੀ ਜੀ ਪ੍ਰੇਮ ਨਾਲ ਰੱਤੀ ਰਹਿ ਅੰਦਰੋਂ ਆਤਮਾ। ਵਾਹਿਗੁਰੂ ਵਾਲੇ ਗੁਣ ਅੰਦਰ ਪੈਦਾ ਕਰ, ਸਹਿਜ ਕੀ ਮਾਤੀ, ਉਹਦੇ 'ਚ ਮਸਤ ਰਹਿ ਗੁਰੂ ਸਾਹਿਬ ਦੇ ਗੁਣਾਂ 'ਚ। ਐਨ ਸਪਾਏ ਸਮਾਣੀ, ਦਿਨ ਰਾਤ ਵਾਹਿਗੁਰੂ ਦੇ ਪ੍ਰੇਮ 'ਚ ਕਰਦੀ ਰਹਿ। ਸੁੰਦਰ ਸਾਏ ਸਰੂਪ ਬਚਖਣ ਕਹੀਏ ਸੌ ਸਿਆਣੀ। ਇਹਦਾ ਨਾਮ ਸਿਆਣੀ ਹੈ, ਅਕਲ ਵਾਲੀ ਹੈ, ਇਹਦਾ ਨਾਮ ਸੁੰਦਰ ਹੈ। ਇਹੀ ਜੀ ਬਣ, ਇਹ ਆ ਸੁਹਾਗਣ ਦੇ ਲੱਛਣ। ਇਹ ਪਾਤਸ਼ਾਹ ਕਿਵੇਂ ਕਰਾਂਗੇ? ਮਹਿਲ ਬਲਾਈ ਠਾਕ ਨਾ ਪਾਈ। ਆ ਦੇਖੋ ਹੁਣ ਠਾਕ ਸਾਰੀਆਂ ਚੀਜ਼ਾਂ ਤੋਂ, ਕਹਿਤਾ ਤੋਂ, ਹੋਰਨਾਂ ਤੋਂ ਸਾਨੂੰ ਰੋਕ ਲਾ ਕੇ ਆਪਦੇ ਸੱਚਖੰਡ ਲੈ ਗਿਆ। ਸ਼ਬਦ ਪਿਆਰੀ ਸਾਚ ਪਿਆਰੀ, ਸ਼ਬਦ ਸਵਾਰੀ ਸਾਚ ਪਿਆਰੀ। ਸਾਨੂੰ ਸ਼ਬਦ ਗੁਰਮੰਤਰ ਨਾਲ ਤੇ ਆਪਦੀ ਗੁਰਬਾਣੀ ਨਾਲ ਸਾਨੂੰ ਗੰਦੀਆਂ ਨੂੰ ਤੇ ਸਾਨੂੰ ਸਵਾਰ ਰਿਹਾ ਹੈ। ਫਿਰ ਸ਼ਬਦ ਸ਼ੁੱਧ ਨਾ ਹੋਵੇ ਜੀ, ਅਨੇਕ ਕਰੇ ਸ਼ਿੰਗਾਰ, ਕਿਸੇ ਨਾਲ ਨਹੀਂ ਸ਼ਿੰਗਾਰਨਾ, ਅੰਦਰਲੀ ਆਤਮਾ ਸ਼ੁੱਧ ਹੋਣੀ। ਇਹ ਸ਼ਬਦ ਨਾਲ ਹੀ ਹੋਣੀ ਹੈ।
ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ, ਉਹਨੂੰ ਤਾਂ ਪਤੀ ਦਾ ਪਤਾ ਹੀ ਕੱਖ ਨਹੀਂ ਜਿਹੜੀ ਦੂਜੇ ਪਿਆਰ ਚ। ਸਾ ਕੋ ਸੁਧ ਸਾ ਕੋ ਲਖਣੀ ਨਾਰੀ ਨਾਨਕ ਨਾਰੀ ਵਿੱਚ ਕੁਨਾਰ, ਉਹ ਭੈੜੀ ਇਸਤਰੀ ਹੈ, ਭੈੜੇ ਲੱਛਣਾਂ ਵਾਲੀ ਹੈ ਜਿਹੜੀ ਦੂਜੇ ਥਾਂ ਪਿਆਰ ਕਰਦੀ ਆ, ਪਤੀ ਨੂੰ ਨਹੀਂ ਪਿਆਰ ਕਰਦੀ। ਸਾਜ ਪਿਆਰੀ ਉਹ ਬੜੀ ਫਿਰ ਪ੍ਰੀਤਮ ਨੂੰ ਪਿਆਰੀ ਲੱਗੂ। ਸਾਈ ਸੁਹਾਗਣ ਠਾਕਰ ਤਾਰੀ, ਉਹ ਸੁਹਾਗਣ ਬਣ ਗਈ, ਤੇਰੇ ਪਤੀ ਨੂੰ ਪਸੰਦ ਆ ਗਈ। ਸ਼ਬਦ ਤਾਂ ਨਿੱਘਾ ਜਿਹਾ ਹੀ ਹੈ, ਪਰ ਇਹਦੇ ਵਿੱਚ ਛੁਪਿਆ ਬੜਾ ਕੁਛ ਹੈ, ਛੁਪਿਆ ਬਹੁਤ ਕੁਛ ਹੈ। ਗੁਰੂ ਸਾਹਿਬ ਕਿਰਪਾ ਕਰ, ਸੁਹਾਗਣਾਂ ਦੇ ਲੱਛਣ ਤਾਂ ਤੁਸੀਂ ਦੱਸੀ ਜਾਂਦੇ ਹੋ, ਸਾਨੂੰ ਸਮਝਾਈ ਜਾਂਦੇ ਹੋ। ਪਾਤਸ਼ਾਹ ਇਹ ਸਾਰੀ ਕਿਰਪਾ ਤੁਸੀਂ ਕਰਨੀ ਆ, ਤੁਸੀਂ ਰੋਕ ਕੇ ਰੱਖਣਾ ਸਾਨੂੰ। ਪਰ ਕਰ ਜਾਤੀ ਠਾਕਰ ਹਾਈ, ਸਾਤੋਂ ਨਹੀਂ ਰੋਕਦਾ, ਰੋਕੋ ਸਾਨੂੰ, ਆਪਦਾ ਭੈ ਧਾਰਨ ਕਰਾਓ, ਆਪਦਾ ਪ੍ਰੇਮ ਬਖਸ਼ੋ। ਸਾਰਾ ਦਿਨ ਅਸੀਂ ਤੁਹਾਡਾ ਨਾਮ ਜਪੀਏ, ਸਾਰਾ ਦਿਨ ਪ੍ਰੀਤਮ ਪ੍ਰੀਤਮ ਕਰੀਏ ਤੇਰਾ ਨਾਮ ਲੈ ਕੇ। ਵਾਹਿਗੁਰੂ 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 ਕਿਰਪਾ ਕਰ ਸੱਚੇ ਪਾਤਸ਼ਾਹ, ਕੋਈ ਸਾਹ ਬਿਰਥਾ ਨਾ ਜਾਵੇ ਤੇਰੀ, ਤਾਂ ਇਹ ਸਵਾਰੀ ਜਾਣੀ ਅੰਦਰੋਂ ਜਨਮਾਂ ਜਨਮਾਂ ਦੀ ਮੈਲੀ ਆ। ਅੱਖਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।